ਇੱਕੋ ਸੁਪਨਾ ਉਹ ਵੀ ਟੇਢਾ ਜਾਣਾ ਕਿੱਥੇ ਅਮਰੀਕਾ। ਪੰਜਾਬ ਦਾ ਨੌਜਵਾਨ ਹਰ ਉਹ ਵਰਗ ਜਿਹੜਾ ਇੱਥੋਂ ਉੱਕਿਆ ਗਿਆ ਹੈ ਜਾਂ ਇਹ ਕਹਿ ਲਓ ਕਿ ਪੰਜਾਬ ਦੀ ਵੱਡੀ ਗਿਣਤੀ ਜਿਹੜੀ ਹੈ ਉਹ ਵਿਦੇਸ਼ ਜਾਣਾ ਚਾਹੁੰਦੀ ਹੈ। ਪਰ ਵਿਦੇਸ਼ ਜਾਣ ਦੇ ਲਾਲਚ ਨੇ ਸਾਨੂੰ ਬੜੀਆਂ ਧੋਖੇ ਧੜੀਆਂ ਦੇ ਸ਼ਿਕਾਰ ਬਣਾਇਆ। ਲੋਕਾਂ ਦੇ ਘਰ ਬਰਬਾਦ ਹੋ ਗਏ। ਪੰਜਾਬ ਮੇਲ USA ਪ੍ਰੋਗਰਾਮ ਪੰਜਾਬ ਚਰਚਾ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਅੱਜ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਰਣਜੀਤ ਸਿੰਘ ਜੀ, ਜੋ ਕਿ ਵੀਜ਼ਾ ਹੱਬ ਇਮੀਗ੍ਰੇਸ਼ਨ ਤੋਂ ਨੇ। ਤੁਹਾਡਾ ਸਵਾਗਤ ਹੈ। ਜਤਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਵੱਡੀ ਤਰਾਸਦੀ ਹੈ ਪੰਜਾਬ ਦੀ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਬਾਹਰ ਜਾ ਰਹੇ ਨੇ। ਚਲੋ ਇਹਦੇ ਆਪਣੇ ਕਾਰਨ ਨੇ ਕਿ ਕਿਉਂ ਜਾ ਰਹੇ ਨੇ, ਕਿਸ ਲਈ ਜਾ ਰਹੇ ਨੇ, ਪਰ ਜਦੋਂ ਜਾਣ ਲਈ ਰਾਹ ਅਖਤਿਆਰ ਕਰਦੇ ਨੇ ਤਾਂ ਧੋਖੇ ਧੜੀਆਂ ਦੇ ਸ਼ਿਕਾਰ ਹੁੰਦੇ ਨੇ। ਬਹੁਤ ਵੱਡੀਆਂ ਰਕਮਾਂ ਜਿਹੜੀਆਂ ਨੇ 12 ਲੱਖ 21 ਲੱਖ 22 ਲੱਖ ਜਿਹੜਾ ਆ ਉਹ ਧੋਖੇ ਦਾ ਸ਼ਿਕਾਰ ਹੋ ਜਾਂਦਾ ਤੇ ਉਹ ਮੁੜਦੀਆਂ ਵੀ ਨਹੀਂ। ਫਿਰ ਹਾਰ ਕੇ ਕਈ ਤਾਂ ਜਿਹੜਾ ਨੇ ਉਹ ਆਤਮ ਹੱਤਿਆ ਕਰ ਲੈਂਦੇ ਨੇ ਜਾਂ ਫਿਰ ਉਹਨਾਂ ਦਾ ਜਿਹੜਾ ਹੈ ਸਾਰੀ ਉਮਰ ਉੱਠ ਹੀ ਨਹੀਂ ਹੁੰਦਾ ਉਹਨਾਂ ਤੋਂ। ਅੱਛਾ, ਹੁਣ ਆਪਾਂ ਇਹ ਗੱਲ ਕਹਿ ਲਈਏ ਕਿ ਲੋਕਡਾਊਨ ਤੋਂ ਬਾਅਦ ਇਹ ਇਮੀਗ੍ਰੇਸ਼ਨ ਜਿਹੜੀ ਇੰਡਸਟਰੀ ਆ ਉਹ ਦੁਬਾਰਾ ਤਾਂ ਤੂਲ ਫੜ ਰਹੀ ਹੈ। ਲੋਕੀ ਫਿਰ ਅਪਲਾਈ ਕਰ ਰਹੇ ਨੇ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਜਤਿੰਦਰ ਸਿੰਘ ਜੀ, ਤੁਹਾਡਾ ਟੌਪਿਕ ਬਹੁਤ ਹੀ ਵਧੀਆ ਆ। ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਬਾਹਰ ਜਾਣ ਦੇ ਰਸਤੇ ਕਿਹੜੇ ਨੇ ਆਪਾਂ ਥੋੜ੍ਹਾ ਜਿਹਾ ਉੱਤੇ ਵੀ ਰੋਸ਼ਨੀ ਪਾਵਾਂਗੇ। ਫਸਟ ਆਫ ਆਲ ਟੂਰਿਸਟ ਵੀਜ਼ਾ ਆ, ਸਟੂਡੈਂਟ ਵੀਜ਼ਾ ਆ, PR ਆ ਔਰ ਇੱਕ ਵਰਕ ਪਰਮਿਟ ਦੀ ਆਪਸ਼ਨ ਹੈ। ਹੁਣ ਜਿਹੜਾ ਬੱਚੇ ਨੇ +2 ਕਰ ਲਈ, ਅੱਜ +2 ਕਰਨ ਤੋਂ ਬਾਅਦ ਉਹ ਸੁਪਨਾ ਹੁੰਦਾ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਜਾ ਕੇ ਸੈੱਟ ਹੋਵਾਂ, ਮੈਂ ਇੱਥੇ ਕਾਲਜ ਦੀ ਪੜ੍ਹਾਈ ਨਹੀਂ ਕਰਨਾ ਚਾਹੁੰਦਾ। ਹੁਣ ਉਹਦੇ ਵਾਸਤੇ ਅਗਲੀ ਆਪਸ਼ਨ ਆਉਂਦੀ ਹੈ ਕੰਟਰੀ ਕਿਹੜਾ। ਉਹਦੇ ਵਿੱਚ ਆਉਂਦਾ ਉਹ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਖਾਸ ਤੌਰ 'ਤੇ UK, ਇਸ ਤਰ੍ਹਾਂ ਅਮਰੀਕਾ ਵੀ। ਹੁਣ ਸਹੀ ਕੰਟਰੀ ਦੀ ਚੂਜ਼ ਹੋਵੇ ਔਰ ਸਹੀ ਕਾਲਜ ਕੋਰਸ ਦੀ ਚੂਜ਼ ਹੋਵੇ। ਜਦੋਂ ਹੁਣ ਇਹ ਬੱਚਾ ਦੋ ਚੀਜ਼ਾਂ ਆਪ ਚੂਜ਼ ਕਰ ਸਕਦਾ ਹੈ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਉਹ ਖੁਦ ਆਪਣਾ ਵੀਜ਼ਾ ਆਪ ਅਪਲਾਈ ਕਰ ਸਕਦਾ। ਅੱਛਾ ਰਣਜੀਤ ਜੀ, ਤੁਸੀਂ ਕਹਿੰਦੇ ਸਹੀ ਕੰਟਰੀ ਜਿਹੜੀ ਹੈ ਉਹ ਚੂਜ਼ ਹੋਵੇ, ਇਹ ਕਿੱਦਾਂ ਪਤਾ ਲੱਗੂਗਾ ਕਿ ਕਿਹੜੀ ਕੰਟਰੀ ਸਾਡੇ ਲਈ ਸਹੀ ਹੈ? ਬਿਲਕੁਲ, ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਇੱਕ ਚੀਜ਼ ਇੱਥੇ ਕਲੀਅਰ ਕਰ ਦੇਵਾਂ ਕਿ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਉਹ ਫਸਟ ਆਫ ਆਲ ਆਫੀਸ਼ੀਅਲ ਵੈਬਸਾਈਟ ਦੇਖਣ ਉਸ ਕੰਟਰੀ ਦੀ, ਜੋ ਕਿ ਬਹੁਤ ਈਜ਼ੀਲੀ ਅਵੇਲੇਬਲ ਹੈਗੀ। ਤੁਸੀਂ ਆਪ ਨੈੱਟ 'ਤੇ ਸਰਚ ਕਰ ਸਕਦੇ ਗੂਗਲ 'ਤੇ। ਜਿਹੜੇ ਬੱਚੇ ਨੇ 15-20 ਲੱਖ ਰੁਪਇਆ ਲਗਾ ਕੇ ਜਾਣਾ ਆ, ਬੱਚੇ ਨੇ ਤਾਂ ਕੀ ਲੈਣਾ, ਉਹਦੇ ਪੇਰੈਂਟਸ ਨੇ ਲਾਣਾ, ਮਿਹਨਤ ਦੀ ਕਮਾਈ ਉਹਨਾਂ ਦੇ ਜਿਹੜੇ ਲਗਾਣੇ ਪੈਸੇ, ਉਹਨਾਂ ਨੂੰ ਹੁੰਦਾ ਕਿ ਸਾਡਾ ਬੱਚਾ ਸੈੱਟ ਹੋ ਜਾਵੇ। UK ਜਿਹੜਾ ਬੱਚਾ ਪੜ੍ਹਨ ਜਾਊਗਾ ਅੱਜ, ਉਹਨੂੰ ਪੜ੍ਹਾਈ ਤੋਂ ਬਾਅਦ ਇੱਕ ਵਰਕ ਪਰਮਿਟ ਮਿਲਦਾ ਹੈ। ਵਰਕ ਪਰਮਿਟ ਖਤਮ ਹੋ ਗਿਆ, ਖਤਮ ਹੋਣ ਤੋਂ ਬਾਅਦ ਬੱਚੇ ਨੂੰ ਇੰਡੀਆ ਵਾਪਸ ਆਉਣਾ ਪੈਣਾ। ਇਹ ਉੱਥੇ ਦਾ ਕਾਨੂੰਨ ਆ। ਉਹ ਇਹ ਵੀ ਕਹਿੰਦੇ ਕਿ ਠੀਕ ਹੈ ਤੁਸੀਂ ਪਰਮਿਟ ਤੁਸੀਂ ਆਪਣੀ PR ਆਪਸ਼ਨ ਪਾ ਸਕਦੇ, ਲੇਕਿਨ ਉਹ ਬਹੁਤ ਡਿਫੀਕਲਟ ਹੈਗੀ ਆ, ਉਹ ਫੁੱਲਫਿਲ ਨਹੀਂ ਹੋ ਪਾਉਂਦੀ ਆ। ਧੱਕੇ ਖਾ ਕੇ ਬੱਚਾ ਫਿਰ ਵਾਪਸ ਆ ਜਾਂਦਾ। ਪਰ ਇਹ ਗੱਲ ਦੇਖਣ ਚਾਹੀਏ ਕਿ ਅੱਧੇ ਤੋਂ ਜ਼ਿਆਦਾ ਮੁਲਕ ਜਿਹੜੇ ਨੇ, ਜਿਵੇਂ ਕੈਨੇਡਾ ਦੀ ਗੱਲ ਕਰ ਲਈਏ, 2 ਸਾਲ ਦੀ ਪੜ੍ਹਾਈ ਹੈ, ਉਸ ਤੋਂ ਬਾਅਦ ਸਾਡੇ ਮੈਂ ਉਸੇ ਟੌਪਿਕ 'ਤੇ ਆ ਰਿਹਾ। ਹੁਣ ਸਪੋਜ਼ ਕਰੋ ਕੈਨੇਡਾ UK ਦੇ ਕੰਪੇਅਰ ਕਰੀਏ ਆਪਾਂ, ਉਹ ਕੀ ਕਹਿੰਦੇ 2 ਸਾਲ ਦੀ ਪੜ੍ਹਾਈ ਕਰੋ, 3 ਸਾਲ ਦਾ ਪਰਮਿਟ ਚੱਕੋ, ਪੋਸਟ ਗ੍ਰੈਜੂਏਟ ਵਰਕ ਪਰਮਿਟ PGWP। ਉਸ ਕੈਨੇਡਾ ਵਰਗੀ ਕੰਟਰੀ 'ਚ ਬੱਚੇ PR ਹੋ ਜਾਂਦੇ ਆ। ਸੋ ਇੱਥੋਂ ਹੁਣ ਤੁਹਾਡੇ ਸਵਾਲ ਦਾ ਜਵਾਬ ਇਹ ਆ ਕਿ ਕੈਨੇਡਾ ਇੱਕ ਇਹੋ ਜਿਹਾ ਕੰਟਰੀ ਆ ਜਿੱਥੇ ਕਿ ਬੱਚੇ ਨੂੰ ਫਸਟ ਪ੍ਰਾਇੋਰਟੀ ਦੇਣੀ ਚਾਹੀਦੀ ਹੈ। ਕੈਨੇਡਾ PR ਪ੍ਰੋਵਾਈਡ ਕਰਦਾ ਹੈ, ਅਮਰੀਕਾ PR ਨਹੀਂ ਪ੍ਰੋਵਾਈਡ ਕਰਦਾ, UK ਨਹੀਂ ਕਰਦਾ, ਆਸਟ੍ਰੇਲੀਆ ਕਰਦਾ ਬਹੁਤ ਹੀ ਔਖੇ ਤਰੀਕੇ ਨਾਲ। ਹੁਣ ਰੂਲਸ ਹੋਰ ਚੇਂਜ ਹੋ ਗਏ ਆ, ਉਹਨਾਂ ਨੇ ਹੋਰ ਟਫ ਕਰ ਦਿੱਤਾ ਹੈ। ਨਿਊਜ਼ੀਲੈਂਡ ਵੀ ਬਹੁਤ ਡਿਫੀਕਲਟ ਆ। ਸੋ ਇੱਕੋ ਆਪਸ਼ਨ ਬੱਚੇ ਕੋਲ ਬਚਦੀ, ਦੈਟ ਇਜ਼ ਕੈਨੇਡਾ। ਹੁਣ ਕੈਨੇਡਾ ਜਾਇਆ ਕਿੱਦਾਂ ਜਾਵੇ? ਅਗਰ ਸਟੱਡੀ ਵੀਜ਼ਾ 'ਤੇ ਜਾਣਾ ਆ, ਸਹੀ ਕੋਰਸ ਆਪਣਾ ਚੂਜ਼ ਕਰੇ, ਉਹਦੀ ਕਾਲਜ ਫੀਸ ਭਰੇ, GIC ਅਕਾਊਂਟ ਭਰੇ ਔਰ ਬੱਚਾ ਆਪਣੀ ਫਾਈਲ ਆਪ ਲਗਾਵੇ, ਤਾਂ ਕਿ ਜਿਹੜੇ ਕੰਸਲਟੈਂਟ, ਮੈਂ ਸਾਰਿਆਂ ਦੀ ਕਹਿੰਦਾ, ਕੁਝ ਕੰਸਲਟੈਂਟ ਜਿਹਨਾਂ ਨੇ ਐਡ ਪਾਈ ਹੁੰਦੀ ਆ ਕਿ 5.5 ਵਿੱਚ 'ਤੇ ਵੀ ਆ ਜਾਓ, ਵਿਦਆਊਟ ਆਈਲੈਟਸ ਵੀ ਆ ਜਾਓ ਅਤੇ ਪੈਕੇਜ ਲਵਾਂਗੇ। ਪੈਕੇਜ ਤੋਂ ਬਚਣ ਦੀ ਲੋੜ ਆ। ਅੱਛਾ, ਜਦੋਂ ਅਸੀਂ ਪੈਕੇਜ ਦੀ ਗੱਲ ਕਰਦੇ ਹਾਂ, ਕਹਿੰਦੇ 5.5 ਬੈਂਡ ਵੀ ਆਏ ਆ ਤਾਂ ਤੁਸੀਂ ਚਲੇ ਜਾਓ। ਪਰ ਇਹਦੇ ਲਈ ਫਿਰ ਜੇ ਮਿਨੀਮਮ ਰਿਕੁਆਇਰਮੈਂਟ ਹੈ ਜਾਂ ਕਿਹੜੀ ਇਹ ਸਹੀ ਰਿਕੁਆਇਰਮੈਂਟ ਕੀ ਹੈ? ਹਾਂਜੀ, ਇਹਦੇ ਵਿੱਚ ਉਹਨਾਂ ਨੇ ਇੱਕ ਰਿਕੁਆਇਰਮੈਂਟ ਬਹੁਤ ਹੀ ਸਿੱਧੀ ਅਤੇ ਬੜੀ ਸਪਸ਼ਟ ਰਿਕੁਆਇਰਮੈਂਟ ਦੱਸੀ ਹੋਈ ਆ। ਜਿਹੜੇ ਬੱਚੇ ਨੇ ਜਾਣਾ ਆ 6 ਈਚ ਲੈ ਕੇ ਆਓ, ਕਾਲਜ ਦੀ 1 ਸਾਲ ਦੀ ਫੀਸ ਜਾਏਗੀ। ਇਹ ਪ੍ਰੋਗਰਾਮ ਹੈਗਾ SDS, ਗਵਰਨਮੈਂਟ ਕਾਲਜਿਸ ਦਾ ਪ੍ਰੋਗਰਾਮ ਆ ਕਿ ਅਗਰ ਤੁਸੀਂ ਇਹਨਾਂ 'ਚੋਂ ਕੋਈ, ਉਹ ਲਿਸਟ ਬਣੀ ਹੋਈ ਕਾਲਜਿਸ ਦੀ, ਤੁਸੀਂ ਉਹ 'ਚੋਂ ਕੋਈ ਵੀ ਕਾਲਜ ਚੂਜ਼ ਕਰੋ, ਆਪਣਾ ਕੋਰਸ ਚੂਜ਼ ਕਰੋ। GIC ਅਕਾਊਂਟ ਦੀ $10,200 ਫੀਸ ਜਾਂਦੀ ਆ, ਉਹ ਭਰੋ। ਉਸ ਤੋਂ ਬਾਅਦ ਕਾਲਜ ਦੀ ਜਿਹੜਾ ਕੋਰਸ ਹੈਗਾ ਉਹਦੀ ਫੀਸ ਭਰ ਦਿਓ, ਫਾਈਲ ਅਪਲਾਈ ਕਰੋ, ਵੀਜ਼ਾ ਤੁਹਾਡੇ ਕੋਲ ਹੁੰਦਾ। ਅੱਛਾ ਰਣਜੀਤ ਜੀ, ਬਹੁਤ ਵਾਰ ਇੱਦਾਂ ਦੇਖਿਆ ਕਿ ਤੁਸੀਂ ਕਹਿੰਦੇ ਕਿ ਲਿਸਟ ਜਿਹੜੀ ਹੈ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਹੁੰਦੀ ਹੈ। ਬਿਲਕੁਲ ਜੀ। ਪਰ ਕਈ ਵਾਰ ਇੱਦਾਂ ਹੁੰਦਾ ਨਾ ਕਿ ਉਹ ਘਰ ਦੇ ਵਿੱਚ ਇੱਕ ਤੜਵੰਜ ਜਿਹਾ ਕਰਕੇ ਉੱਥੇ ਉਹਨਾਂ ਨੇ ਕਾਲਜ ਸ਼ੁਰੂ ਕਰ ਲਿਆ ਹੁੰਦਾ ਤੇ ਉਹ ਇੱਥੋਂ ਆਫਰ ਲੈਟਰ ਭੇਜ ਕੇ ਮੰਗਾ ਲੈਂਦੇ। ਇੱਦਾਂ ਦੇ ਬੜੇ ਸਾਰੇ ਕੇਸਿਸ ਅਸੀਂ ਪਹਿਲਾਂ ਵੇਖਣ ਨੂੰ ਮਿਲੇ ਸਨ। ਇਹਦੇ ਵਿੱਚ ਕੀ ਚੀਜ਼ ਹੈਗੀ, ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰਨੀ ਹੁੰਦੀ, ਬੱਚੇ ਨੇ ਕੈਨੇਡਾ SDS ਕਾਲਜਿਸ, ਬਸ ਉਹਦੀ ਲਿਸਟ ਪੂਰੀ ਆ ਜਾਂਦੀ ਆ।
ਅਗਰ ਬੱਚਾ ਇੰਟੈਲੀਜੈਂਟ ਆ ਤਾਂ ਮੈਂ ਉਹਨੂੰ ਇਹ ਕਹਿਣਾ ਚਾਹੂੰਗਾ ਕਿ ਉਹ ਕਾਲਜ ਦੇ ਮੇਲ ਕਰੇ ਆਪਣੇ ਡਾਕੂਮੈਂਟਸ ਕੀ ਮੇਲ ਕਰਨੇ ਹੁੰਦੇ 10ਵੀਂ 12ਵੀਂ ਦਾ ਸਰਟੀਫਿਕੇਟ ਪਾਸਪੋਰਟ ਦੀ ਕਾਪੀ ਐਂਡ ਪਲੱਸ ਉਹਨੇ ਆਈਲੈਟਸ ਦਾ ਸਰਟੀਫਿਕੇਟ। ਹੁਣ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਜਤਿੰਦਰ ਜੀ ਕੀ ਆਉਂਦੀ ਆਈਲੈਟਸ ਜੀ, ਬੱਚੇ ਕੋਲ ਆਈਲੈਟਸ ਹੁੰਦੀ ਨਹੀਂ। ਉਹ ਕਹੋਗੇ ਸਰ ਆਪਾਂ 3 ਵਾਰੀ ਪੇਪਰ ਦੇ ਲਿਆ ਜੀ, ਸਾਡੇ ਤਾਂ ਭਾਜੀ ਬੈਂਡ ਹੀ ਨਹੀਂ ਆ ਰਹੇ, ਕੀ ਕਰੀਏ। ਸੋ ਮੈਂ ਉਹਨਾਂ ਬੱਚਿਆਂ ਨੂੰ ਕਹੂੰਗਾ ਕਿ ਉਹ YouTube ਤੇ ਗੇਮਾਂ ਖੇਡਣ ਨਾਲੋਂ YouTube ਤੇ ਅਗਰ ਆਈਲੈਟਸ ਦੀ ਕਲਾਸਾਂ ਲੈਣ, ਕਿਉਂਕਿ YouTube ਤੇ ਬਹੁਤ ਹੀ ਅੱਛੇ ਸਕੋਲਰਸ ਬੈਠੇ ਆ ਜਿਨ੍ਹਾਂ ਨੇ ਪ੍ਰੋਪਰ ਸੈਸ਼ਨਸ ਬਣਾਏ ਹੋਏ ਆ, ਜਿਹਨੂੰ ਦੇਖ ਕੇ ਤੁਸੀਂ ਆਪਣੀ ਆਇਲਸ ਦੇ ਵਿੱਚੋਂ ਆਪ ਖੁਦ 7 ਈਚ ਤੋਂ ਉੱਪਰ ਵੀ ਬੈਂਡ ਲੈ ਸਕਦੇ ਹੋ। ਸੋ ਮੈਂ ਉਹਨਾਂ ਨੂੰ ਇਹ ਕਹੂੰਗਾ ਅਗਰ ਉਹ ਬੈਂਡਸ ਲੈ ਲੈਣ ਫਿਰ 1 ਸਾਲ ਦੀ ਕਾਲਜ ਫੀਸ ਭਰਨ ਤੇ ਉਹਨਾਂ ਦਾ ਵੀਜ਼ਾ 99% ਓਕੇ ਹੋ ਸਕਦਾ ਵਿਦਆਊਟ ਐਨੀ ਹੈਲਪ ਆਫ ਕੰਸਲਟੈਂਟ। ਅੱਛਾ, ਜੇ ਆਪਾਂ ਕੰਸਲਟੈਂਟ ਦੀ ਗੱਲ ਕਰ ਲਈਏ ਉਹ 22 ਲੱਖ 17 ਲੱਖ ਚਾਰजेस ਲੈ ਲੈਂਦੇ ਨੇ ਤੇ ਪਰ ਸਟੱਡੀ ਦੇ ਵਿੱਚ ਠੀਕ ਹੈ ਜੀ। ਜੇ ਹੁਣ ਆਪਾਂ ਇਦਾਂ ਗੱਲ ਕਰੀਏ ਕਿ ਤੁਸੀਂ ਕਹਿੰਦੇ ਕਿ ਆਪ ਅਪਲਾਈ ਕਰ ਲਓ ਤੇ ਇਹਦੇ ਵਿੱਚ ਕਿੰਨਾ ਕੁ ਖਰਚਾ ਆ ਜਾਂਦਾ? ਇਹਦੇ ਵਿੱਚ ਦੇਖੋ ਜੀ ਇੱਕ ਤਾਂ ਖਰਚਾ ਹੈਗਾ $10,200 ਜੋ ਕਿ GIC ਅਕਾਊਂਟ ਹੁੰਦੀ, ਜੋ ਕਿ ਬੱਚੇ ਨੂੰ 1 ਸਾਲ 'ਚ ਵਾਪਿਸ ਉੱਥੇ ਜਾ ਕੇ ਮਿਲ ਜਾਂਦੀ ਹੁੰਦੀ ਆ ਐਜ਼ ਏ ਐਕਸਪੈਂਸ ਦੇ ਤੌਰ ਤੇ, ਮੰਥਲੀ ਐਕਸਪੈਂਸ ਹਰ ਮਹੀਨੇ ਮਿਲ ਜਾਂਦਾ ਉਹਨੂੰ। ਉਹ ਤੁਹਾਡੇ ਪੈਸੇ ਗਏ, ਤੁਹਾਡੇ ਪੈਸੇ ਵਾਪਿਸ ਆ ਜਾਣੇ। 1 ਸਾਲ ਦੀ ਫੀਸ ਹੁਣ ਇਹ ਡਿਪੈਂਡ ਕਰਦਾ ਕਿਹੜਾ ਕਾਲਜ ਆ, ਕਿਹੜੇ ਏਰੀਆ 'ਚ ਹੈਗਾ। ਮੋਸਟ ਪ੍ਰੋਬਬਲੀ $10,000 ਤੋਂ ਲੈ ਕੇ $15,000 ਤੱਕ 1 ਸਾਲ ਦੀ ਫੀਸ ਚਲੇ ਜਾਂਦੀ। ਉਹ ਕੋਰਸ ਦੇ ਮੁਤਾਬਕ, ਉਹ ਕੋਰਸ ਦੇ ਮੁਤਾਬਿਕ ਹੈਗੀ, ਤੁਸੀਂ ਉਹ ਫੁੱਲ ਪੇ ਕਰਨੀ ਹੁੰਦੀ 1 ਸਾਲ ਦੀ। ਇਹ SDS ਦੀ ਕੰਡੀਸ਼ਨ ਹੈਗੀ ਆ, ਉਹ ਪੇ ਕਰਤੀ ਤੁਸੀਂ ਫੁੱਲ, ਉਹਦੀ ਰਸੀਦ ਨਾਲ ਲਗਾਣੀ ਹੁੰਦੀ ਆ ਤੇ ਪਲੱਸ GIC ਦਾ ਖਰਚਾ ਹੈ। ਆ 2 ਖਰਚੇ ਪਲੱਸ ਐਮਬੈਸੀ ਫੀਸ ਦਾ 15-20 ਹਜ਼ਾਰ ਦਾ ਖਰਚਾ ਉਹ ਆ, ਦੈਟਸ ਇਟ ਜੀ। ਅੱਛਾ, ਤੁਸੀਂ ਬਾਰ-ਬਾਰ GIC ਕਹਿ ਰਹੇ ਹੋ, ਇਹ GIC ਹੈ ਕੀ? ਇਹ GIC ਅਕਾਊਂਟ ਇੱਕ ਐਸਾ ਅਕਾਊਂਟ ਹੁੰਦਾ ਆ ਜਿਹੜਾ ਕਿ ਉੱਥੇ ਕਾਲਜ ਉੱਥੇ ਬਾਹਰਲੇ ਬੈਂਕ 'ਚ ਖੋਲ੍ਹਿਆ ਜਾਂਦਾ ਹੈਗਾ, ਸਕੋਸ਼ੀਆ ਬੈਂਕ 'ਚ ਖੋਲ੍ਹਿਆ ਜਾਂਦਾ। ਇਹ ਇੱਕ ਤਰ੍ਹਾਂ ਦੇ ਜਿਹੜੇ ਬੱਚੇ ਫੰਡ ਪਹਿਲਾਂ ਚੱਲਦਾ ਸੀਗਾ ਕਿ ਆਪਾਂ ਫੰਡ ਸ਼ੋ ਕਰਨੇ ਆ ਜੀ, ਉਸ ਚੀਜ਼ ਨੂੰ ਖਤਮ ਕਰਨ ਲਈ ਆ। SDS ਕਾਲਜ ਦੇ ਵਿੱਚ ਐਡਮਿਸ਼ਨ ਕਰਨੀ ਆ, ਇੱਕੋ ਫੰਡਾ ਹੈਗਾ ਤੁਸੀਂ ਰੱਖਿਆ ਉਹਨਾਂ ਨੇ ਕਿ ਤੁਸੀਂ ਬਾਹਰਲੇ ਬੈਂਕ ਦੇ ਵਿੱਚ $10,200 ਸਿਕਿਉਰ ਕਰ ਦਿਓ ਤਾਂ ਕਿ ਸਾਨੂੰ ਲੱਗ ਜਾਏ ਪਤਾ ਕਿ ਹਾਂ ਵੀ ਬੱਚੇ ਕੋਲ ਉਹਦੇ ਲਿਵਿੰਗ ਐਕਸਪੈਂਸਿਸ ਹੈਗੇ ਆ ਜੀ, ਦੈਟਸ ਇਟ। ਫੰਡ ਸ਼ੋ ਕਰਨ ਦੀ ਫਿਰ ਕੋਈ ਲੋੜ ਨਹੀਂ ਹੈ, ਫਿਰ ਸਿਰਫ ਬੱਚੇ ਨੇ ਕਾਲਜ ਫੀਸ ਪੇ ਕਰਨੀ 1 ਸਾਲ ਦੀ ਐਂਡ ਉਹ ਵੀਜ਼ਾ ਆਪਣਾ ਅਪਲਾਈ ਕਰ ਸਕਦਾ। ਹੁਣ ਇੱਥੇ ਨੈਕਸਟ ਗੱਲ ਕਿਹੜੀ ਆਉਂਦੀ ਆ, ਉਹ ਇਹ ਆਉਂਦੀ ਆ ਕਿ ਵੀਜ਼ਾ ਰਿਫਿਊਜ਼ ਨਾ ਹੋ ਜਾਵੇ। ਉਹਦੇ 'ਚ ਕੀ ਦੇਖਣਾ ਆ ਕਿ ਆਈਲੈਟਸ 'ਚੋਂ ਬੈਂਡ ਕੋਰਸ ਦੀ ਸਹੀ ਚੋਣ ਹੋਣੀ ਚਾਹੀਦੀ ਆ ਔਰ ਬੱਚੇ ਦੇ 10ਵੀਂ 12ਵੀਂ ਜਾਂ ਉਸ ਤੋਂ ਬਾਅਦ ਜੋ ਗ੍ਰੈਜੂਏਸ਼ਨ ਕੀਤੀ ਉਹਦੇ ਵਿੱਚ ਵੀ ਮਾਰਕਸ ਸਹੀ ਆਏ ਕਿ ਨਹੀਂ ਆਏ। ਅੱਛਾ, ਕਿੰਨੇ ਮਿਨੀਮਮ ਮਾਰਕਸ ਚਾਹੀਦੇ, ਮਤਲਬ ਕਿੰਨਾ ਕੁ ਇਹਦਾ ਕ੍ਰਾਈਟੇਰੀਆ ਹੈ? ਇਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਇਹ ਕਿਹਾ ਹੋਇਆ 60% ਤੋਂ ਉੱਪਰ ਮਾਰਕਸ ਹੋਣ ਤਾਂ ਅੱਛੀ ਗੱਲ ਆ ਜੀ। ਹੁਣ ਜੇ ਤੋਂ ਘੱਟ ਹੈਗੇ ਆ, ਤੁਸੀਂ ਕੋਰਸ ਚੂਜ਼ ਕਰ ਲਿਆ ਉਹ ਵਾਲਾ ਜਿਹਦੇ ਵਿੱਚ ਕੀ ਰਿਕੁਆਇਰਮੈਂਟ ਜ਼ਿਆਦਾ ਸੀਗੀ ਤਾਂ ਰਿਫਿਊਜ਼ ਹੋ ਜਾਓਗੇ। ਹੁਣ ਮੋਸਟਲੀ ਕੰਸਲਟੈਂਟਸ ਕੀ ਕਰਦੇ ਹੈਗੇ ਆ, ਸਿਰਫ ਉਹ ਦੇਖਦੇ ਕਿ ਸਾਡਾ ਟਾਈ ਅਪ ਕਿੱਥੇ ਆ, ਉਹਨਾਂ ਨੂੰ ਬੱਚੇ ਦਾ CV ਬਣਾ ਕੇ ਭੇਜਦੇ ਆ, ਉਹ ਕਹਿੰਦੇ ਹਾਂਜੀ ਹੋ ਜਾਏਗਾ, ਆਫਰ ਲੈਟਰ ਮੰਗਵਾ ਲੈਂਦੇ ਹੈਗੇ। ਬੱਚਾ ਆਫਰ ਲੈਟਰ 'ਚ ਖੁਸ਼ ਹੋ ਜਾਂਦਾ ਕਿ ਪਤਾ ਨਹੀਂ ਆਫਰ ਲੈਟਰ ਕਿਹੜੀ ਚੀਜ਼ ਆ ਗਈ। ਹੁਣ ਤੁਸੀਂ ਸਪੋਜ਼ ਕਰੋ ਮੇਰੇ ਬ੍ਰਦਰ ਹੈਗੇ ਬਾਹਰ ਬੈਠੇ ਆ, ਕਾਲਜ ਤੁਸੀਂ ਆਪਣਾ ਖਰੀਦਿਆ ਹੋਇਆ, ਮੈਂ ਤੁਹਾਨੂੰ ਫੋਨ ਕਰਨਾ ਸਰ ਮੈਨੂੰ ਆਫਰ ਲੈਟਰ ਭੇਜ ਦਿਓ, ਤੁਸੀਂ ਕਿਉਂ ਨਹੀਂ ਭੇਜੋਗੇ? ਉਸੇ ਟਾਈਮ ਭੇਜ ਦੋਗੇ। ਬੱਚੇ ਨੂੰ ਸਮਝਣਾ ਕਿ ਆਫਰ ਲੈਟਰ ਕੋਈ ਜਿੱਤ ਨਹੀਂ ਆ, ਆਫਰ ਲੈਟਰ ਇੱਕ ਮਾਮੂਲੀ ਚੀਜ਼ ਹੈ, ਆ ਗਈ ਉਸ ਤੋਂ ਬਾਅਦ ਕੰਮ ਸ਼ੁਰੂ ਹੁੰਦਾ ਮੇਨ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਕਹਿੰਦੇ ਕਿ ਆਪ ਅਪਲਾਈ ਕਰ ਸਕਦਾ ਹੈ, ਪਰ ਹੁਣ ਕੰਸਲਟੇਸ਼ਨ ਰੱਖੇ ਆ, ਹਰ ਕੋਈ ਆਪ ਅਪਲਾਈ ਨਹੀਂ ਕਰ ਸਕਦਾ। ਬਿਲਕੁਲ। ਆਪਾਂ ਹੁਣ ਕਿੱਦਾਂ ਚੋਣ ਕਰੀਏ ਕਿ ਕਿਹੜਾ ਏਜੰਟ ਹੈ ਉਹ ਠੀਕ ਹੈ, ਕਿਹੜਾ ਏਜੰਟ ਨਹੀਂ ਠੀਕ ਆ? ਕੋਈ ਇਹਦੇ ਲਈ ਗਵਰਨਮੈਂਟ ਵੱਲੋਂ ਕੁਝ ਹੁੰਦਾ ਹੈ ਜਾਂ ਕੁਝ ਹੋਰ ਪ੍ਰੋਸੈਸ ਹੈ? ਦੇਖਿਓ ਜੀ, ਪੰਜਾਬ ਗਵਰਨਮੈਂਟ ਵੱਲੋਂ ਤਾਂ ਇੱਕੋ ਚੀਜ਼ ਹੈ ਕਿ ਲਾਇਸੈਂਸ ਹੋਣਾ ਚਾਹੀਦਾ ਹੈ ਉਸ ਕੰਸਲਟੈਂਟ ਦਾ। ਬੱਚਾ ਜਾ ਕੇ ਲਾਇਸੈਂਸ ਪੁੱਛ ਲਏਗਾ, ਉਹ ਹੋਏਗਾ, ਫਾਰਮੈਲਿਟੀ ਪੂਰੀ ਕੀਤੀ ਹੁੰਦੀ। ਇੱਥੇ ਮੋਟੀ ਚੀਜ਼ ਜਿਹੜੀ ਹੈਗੀ ਦੈਟ ਇਜ਼ ਅ ਪੈਕੇਜ ਜੀ। ਜਿਹੜਾ ਕੰਸਲਟੈਂਟ ਤੁਹਾਨੂੰ ਪੈਕੇਜ ਦੇ ਰਿਹਾ ਆ ਉਸ ਪੈਕੇਜ ਤੋਂ ਬਚਣ ਦੀ ਲੋੜ ਆ। ਕਾਰਨ ਕਿਉਂਕਿ ਤੁਹਾਨੂੰ ਹੁਣੀ ਮੈਂ ਦੱਸ ਕੇ ਹਟਿਆ ਕਿ $10,200 GIC ਦਾ ਖਰਚਾ ਤਕਰੀਬਨ ਕੋਈ 5 ਲੱਖ ਰੁਪਈਆ ਜੀ, 5 ਜਾਂ 6 ਲੱਖ ਦੇ ਵਿੱਚ ਕਾਲਜ ਦੀ ਫੀਸ ਵੀ 5-6 ਲੱਖ ਦੀ ਹੋ ਗਈ, 12 ਲੱਖ ਹੋ ਗਿਆ, ਪਲੱਸ ਤੁਸੀਂ ਲਾ ਲਓ 1 ਲੱਖ ਦੇ ਐਕਸਟਰਾ ਖਰਚੇ 13 ਲੱਖ। ਉਹਨੇ ਕੋ ਮੰਗਣਾ ਕੰਸਲਟੈਂਟ ਨੇ ਬੱਚੇ ਕੋਲੋਂ 20 ਲੱਖ ਰੁਪਏ। 20 ਲੱਖ ਰੁਪਏ ਹੁਣ ਤੁਸੀਂ ਆਪ ਦੇਖੋ 5-7 ਲੱਖ ਦਾ ਮੋਟਾ ਮਾਰਜਿਨ ਆ ਇਕੱਠਾ ਜੀ। ਸੋ ਇਹ ਅਗਰ ਇਹ ਬੱਚਾ ਖੁਦ ਕਰ ਲਵੇ ਜਾਂ ਫਿਰ ਇਹੋ ਜਿਹੇ ਕੰਸਲਟੈਂਟ ਦੀ ਚੋਣ ਕਰੇ ਜਿਹੜਾ ਕੰਸਲਟੈਂਟ ਉਹਨਾਂ ਨੂੰ ਕਹੇ ਕਿ GIC ਆਪਣੀ ਤੁਸੀਂ ਆਪ ਭਰੋ, ਫੀਸ ਆਪਣੀ ਜਾ ਕੇ ਆਪ ਭਰੋ, ਆਪ ਭੇਜੋ ਤੁਸੀਂ ਤੇ ਮੈਨੂੰ ਸਿਰਫ ਪ੍ਰੋਸੈਸਿੰਗ ਮੇਰੀ ਕੰਸਲਟੇਸ਼ਨ ਫੀਸ ਬਸ ਜੋ ਵੀ ਹੁੰਦੀ 15-20-30 ਹਜ਼ਾਰ ਰੁਪਏ, ਦੈਟਸ ਇਟ। ਉਹ ਦੈਟ ਕੰਸਲਟੈਂਟ ਉਹ ਵਧੀਆ ਹੈ ਪਰ ਉਹਨੂੰ ਨੌਲੇਜ ਵੀ ਹੋਵੇ ਫਾਈਲਿੰਗ ਦੀ। ਅੱਛਾ, ਗੱਲ ਜਦੋਂ ਆਪਾਂ ਕਰਦੇ ਕੰਸਲਟੈਂਟ ਦੀ, ਸਟੂਡੈਂਟ ਵੀਜ਼ਾ ਹੋ ਗਿਆ ਸਭ ਕੁਝ, ਅੱਛਾ ਹੋਰ ਕਿਹੜੇ ਵੇ ਨੇ? ਹੁਣ ਅੱਜ ਕੱਲ੍ਹ ਲੋਕੀ ਹਰ ਕਿਸੇ ਵੀ ਤਰੀਕੇ ਨਾਲ ਜਾਣਾ ਚਾਹੁੰਦੇ ਨੇ, ਕੈਨੇਡਾ, ਅਮਰੀਕਾ, ਇੰਗਲੈਂਡ, ਕਿਹੜੇ ਹੋਰ? ਜਤਿੰਦਰ ਜੀ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਫਸਟ ਆਫ ਆਲ ਸਟੂਡੈਂਟ ਵੀਜ਼ਾ ਉੱਤੇ ਆਪਾਂ ਗੱਲ ਕਰ ਲਈ, ਇਹ ਹੋ ਗਿਆ ਬੱਚਿਆਂ ਵਾਸਤੇ। ਇਸ ਤੋਂ ਬਾਅਦ ਆਉਂਦਾ ਹੈਗਾ ਟੂਰਿਸਟ ਵੀਜ਼ਾ, ਜਿਹਨੂੰ ਅਸੀਂ ਵਿਜ਼ਟਰ ਵੀਜ਼ਾ ਵੀ ਬੋਲ ਦਿੰਦੇ ਹੁੰਦੇ ਆ। ਉਸ ਤੋਂ ਬਾਅਦ ਦੀ ਆਪਸ਼ਨ ਇੱਕ PR ਦੀ, ਉਹ ਸਿਰਫ 2 ਕੰਟਰੀ ਵਾਸਤੇ, ਕੈਨੇਡਾ ਤੇ ਆਸਟ੍ਰੇਲੀਆ ਵਾਸਤੇ। ਅੱਛਾ, ਅਮਰੀਕਾ ਆਪਾਂ PR ਨਹੀਂ ਲਾ ਸਕਦੇ? ਅਮਰੀਕਾ PR ਦੀ ਕੋਈ ਆਪਸ਼ਨ ਖਾਸ ਨਹੀਂ ਹੈਗੀ ਆ। ਉਹਨਾਂ ਨੇ
ਰੱਖੀ ਹੀ ਨਹੀਂ ਆਪਸ਼ਨ, ਹਲੇ ਉਹਨਾਂ ਨੇ ਪ੍ਰੋਗਰਾਮ ਇੱਕ ਬਣਾ ਰਹੇ ਆ ਸੇਮ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਵਾਂਗਰ, ਬਟ ਹਲੇ ਅੰਡਰ ਪ੍ਰੋਸੈਸ ਹੈ, ਹਲੇ ਫਾਈਨਲਾਈਜ਼ ਨਹੀਂ ਹੋਇਆ। ਉਹ ਤੇ H1 B1 ਵੀਜ਼ਾ ਵੀ ਜਿਹੜਾ ਉਹ ਲੈਪਸ ਹਾਂ ਉਹ ਤਾਂ ਅਲੱਗ ਹੋ ਗਿਆ, ਉਹ ਵਰਕ ਦੇ ਹੋ ਗਿਆ, ਉਹ ਵੀ ਹਲੇ ਨਹੀਂ ਹੁੰਦਾ ਪਿਆ ਕੁਝ ਵੀ। ਮੇਨ ਜਿਹੜਾ ਆਪਾਂ ਗੱਲ ਕਰਦੇ ਪਏ ਆ ਟੂਰਿਸਟ ਵੀਜ਼ਾ, ਉਹਦੀ ਕੋਈ ਇਸ ਤਰ੍ਹਾਂ ਹੁਣ ਮੇਰੇ ਕੋਲ ਕਿੰਨੇ ਲੋਕੀ ਆਉਂਦੇ ਹੋ ਕਹਿੰਦੇ ਭਾਜੀ ਕੋਈ ਇਹਦੀ ਏਜ ਹੁੰਦੀ ਆ, ਆਪਣੀ ਇੰਨੀ ਏਜ ਆ 20 ਸਾਲ ਦੀ 22 ਸਾਲ ਦੀ। ਇਹਦੇ ਵਿੱਚ ਮੈਂ ਇੱਕ ਚੀਜ਼ ਕਲੀਅਰ ਕਰਦਾ, ਟੂਰਿਸਟ ਵੀਜ਼ਾ ਦੀ ਕਦੀ ਵੀ ਕੋਈ ਏਜ ਨਹੀਂ ਹੁੰਦੀ, ਲੇਕਿਨ ਤੁਸੀਂ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਵੀਜ਼ਾ ਅਪਲਾਈ ਕਰੋ। ਸਪੋਜ਼ ਕਰੋ 20-22 ਸਾਲ ਦਾ ਬੱਚਾ ਆ, ਕੋਈ ਕੰਮ ਨਹੀਂ ਕਰ ਰਿਹਾ, ਉਹ ਕਹੇ ਜੀ ਮੈਂ ਕੈਨੇਡਾ ਜਾਣਾ ਆ, ਮੈਂ ਉਹਨੂੰ ਰੈਫਰ ਨਹੀਂ ਕਰਦਾ। ਕਿਉਂ? ਮੈਂ ਉਹਨੂੰ ਕਹਿੰਦਾ ਕਿ ਤੇਰਾ ਜੋ ਇੱਕ ਪ੍ਰੋਫਾਈਲ ਹੈ ਉਹ ਸਟੱਡੀ ਵੀਜ਼ਾ ਵਾਸਤੇ ਬੈਸਟ ਹੈਗੀ, ਟਰੈਵਲ ਲਈ ਐਲੀਜੀਬਲ, ਟਰੈਵਲ ਲਈ ਹੈ ਹੀ ਨਹੀਂ ਐਲੀਜੀਬਲ। ਉਹਦੇ ਕੋਲ ਨਾ ਦੇਖੋ ITR ਹੁੰਦੀ ਆ, ਨਾ ਉਹਦੇ ਕੋਲ ਬੈਂਕ ਸਟੇਟਮੈਂਟ ਹੁੰਦੀ ਹੈ, ਨਾ ਉਹ ਕੋਈ ਜੌਬ ਕਰਦਾ ਹੁੰਦਾ। ਭਾਜੀ ਮੈਨੂੰ ਸਟੱਡੀ ਟੂਰਿਸਟ 'ਤੇ ਭੇਜ ਦਿਓ, ਉਹਨੂੰ ਮੈਂ ਨਾ ਕਰ ਦਿੰਦਾ ਹੁੰਦਾ ਕਿ ਤੁਹਾਡੀ ਪ੍ਰੋਫਾਈਲ ਤੁਸੀਂ ਪੜ੍ਹਾਈ ਹੋਣੀ ਖਤਮ ਕੀਤੀ ਹੈ, ਆਈਲੈਟਸ 'ਚੋਂ ਅੱਛੇ ਬੈਂਡ ਲਓ ਔਰ ਕੋਸ਼ਿਸ਼ ਕਰੋ ਕਿ ਤੁਸੀਂ ਸਟੱਡੀ 'ਤੇ ਨਿਕਲ ਜਾਓ, ਔਰ ਸਟੱਡੀ ਲੱਗ ਵੀ ਜਾਣਾ ਉਹਨਾਂ ਦਾ। ਹੁਣ ਉਹ ਕੀ ਕਰਦੇ, ਉਹ ਮੰਨਦੇ ਨਹੀਂ ਇਸ ਗੱਲ ਨੂੰ, ਉਹ ਚੱਲ ਜਾਂਦੇ ਹੈਗੇ ਆ ਟੂਰਿਸਟ ਵੀਜ਼ਾ ਵਾਲੇ 20-22-25 ਲੱਖ ਵਾਲਿਆਂ ਬੰਦਿਆਂ ਕੋਲ, ਕਿਉਂਕਿ ਟੂਰਿਸਟ ਵੀਜ਼ਾ ਵਿੱਚ ਵੀ ਜਿੰਦਰ ਜੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ। ਉਹਦੇ ਵਿੱਚ ਕਿੱਦਾਂ ਫੇਕ ਡਾਕੂਮੈਂਟ ਲਗਾਏ ਜਾ ਰਹੇ। ਕੁਝ ਕੰਸਲਟੈਂਟ ਕੀ ਕਰਦੇ ਆ, ਪਾਸਪੋਰਟ ਲੈਂਦੇ ਆ, ਆਧਾਰ ਕਾਰਡ ਪੈਨ ਕਾਰਡ ਲੈ ਕੇ ਪ੍ਰੋਫੈਸ਼ਨਲ ਡਾਕੂਮੈਂਟਸ ਫੇਕ ਲਗਾਉਂਦੇ, ITR ਫੇਕ ਲਗਾਉਂਦੇ ਆ, ਔਰ ਬੈਂਕ ਸਟੇਟਮੈਂਟ ਤੱਕ ਫੇਕ ਲਗਾ ਕੇ ਪੂਰੀ ਫਾਈਲ ਆਨਲਾਈਨ ਕੈਨੇਡਾ ਦੀ ਸਬਮਿਟ ਕਰ ਦਿੰਦੇ। ਜਦੋਂ ਵੈਰੀਫਿਕੇਸ਼ਨ ਹੁੰਦੀ ਆ ਫਾਈਲ ਦੀ, ਉਦੋਂ ਪਾਇਆ ਜਾਂਦਾ ਕਿ ITR ਫੇਕ ਹੈ, ਬੈਂਕ ਸਟੇਟਮੈਂਟ ਫੇਕ ਹੈ। ਉਸ ਬੱਚੇ ਨੂੰ 5 ਸਾਲ ਲਈ ਕੈਨੇਡਾ ਗਵਰਨਮੈਂਟ ਬੈਨ ਕਰ ਦਿੰਦੀ ਆ। ਉਸ ਬੱਚੇ ਨੂੰ ਫਿਰ ਉਹ ਕੰਸਲਟੈਂਟ ਬੈਨ ਆਰਡਰ ਤੱਕ ਨਹੀਂ ਦਿੰਦਾ, ਉਹਨੂੰ ਇੱਕ ਨਕਲੀ ਰਿਫਿਊਜ਼ਲ ਲੈਟਰ ਦੇ ਦਿੰਦਾ ਕਿ ਤੁਹਾਡਾ ਭਾਜੀ ਟਰੈਵਲ ਹਿਸਟਰੀ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਵੀਜ਼ਾ ਰਿਫਿਊਜ਼ ਹੋ ਗਿਆ, ਤਾਂ ਜੋ ਉਹਦੇ ਤੇ ਗੱਲ ਨਾ ਆਵੇ, ਤਾਂ ਕਿ ਉਹਤੇ ਗੱਲ ਨਾ ਆਵੇ। ਹੁਣ ਉਹ ਬੱਚੇ ਨੇ ਸਮਝ ਲੈਣਾ ਹਾਂ ਐਦਾਂ ਹੋ ਗਿਆ ਹੋਊਗਾ, ਠੀਕ ਹੈ, ਉਹਨੇ ਵੀ ਕੋਈ ਜਾਂਚ ਪੜਤਾਲ ਨਹੀਂ ਕਰਨੀ। ਹੁਣ ਇਹਦੇ ਵਾਸਤੇ ਅਸੀਂ ਇੱਕ ਸਰਵਿਸ ਸ਼ੁਰੂ ਕੀਤੀ ਸੀ, ਕੇਪਸ ਨੋਟ ਜੀ। ਸਰਵਿਸ ਤਾਂ ਹੈਗੀ ਕੈਨੇਡਾ ਸਰਕਾਰ ਦੀ, ਪਰ ਅਸੀਂ ਇਹ ਕਿਹਾ ਸੀ ਕਿ ਜੇ ਤੁਹਾਡਾ ਪੁਰਾਣੀ ਫਾਈਲ ਤੁਹਾਨੂੰ ਨਹੀਂ ਮਿਲਦੀ ਪਈ ਆ, ਤੁਹਾਨੂੰ ਰਿਫਿਊਜ਼ਲ ਲੈਟਰ ਨਹੀਂ ਮਿਲਦਾ ਪਿਆ ਆ, ਤੁਹਾਨੂੰ ਪਤਾ ਨਹੀਂ ਤੁਹਾਡੇ ਐਪਲੀਕੇਸ਼ਨ ਫਾਰਮ 'ਚ ਕੀ ਲਿਖਿਆ ਸੀ, ਡਾਕੂਮੈਂਟ ਕੀ ਲਗਾਏ ਸੀ, ਤਾਂ ਅਸੀਂ ਉਹ ਮੰਗਵਾ ਸਕਦੇ ਹਾਂ ਜੀ। ਅਗਰ ਬੱਚਾ ਖੁਦ ਚਾਹਵੇ ਜਾਂ ਕੈਨੇਡਾ 'ਚ ਕੋਈ ਉਹਦਾ ਰਿਲੇਟਿਵ ਹੈਗਾ, ਉਹ ਵੀ ਮੰਗਵਾ ਸਕਦੇ, ਉਹਦੀ ਫੀਸ ਬਹੁਤ ਘੱਟ ਹੁੰਦੀ ਹੈ। ਸੋ ਇਹ ਚੀਜ਼ ਹੈ, ਇਹ ਟੂਰਿਸਟ ਵੀਜ਼ਾ ਦੀ ਗੱਲ ਹੈ। ਅੱਛਾ, ਇਹ ਟੂਰਿਸਟ ਦਾ ਚਲੋ ਇੱਕ ਹੋਰ ਤਰੀਕਾ ਆ, ਕਿਹਾ ਜਾਂਦਾ ਕਿ ਟੂਰਿਸਟ ਚਲੇ ਜਾਓ, ਉੱਥੇ ਜਾ ਕੇ ਤੁਹਾਨੂੰ ਇੱਕ ਕੈਨੇਡਾ ਦਾ ਵਿੱਚ ਪ੍ਰੋਗਰਾਮ LMI ਕੋਈ ਲੇਬਰ ਵਰਕ ਪਰਮਿਟ ਮਿਲ ਜਾਂਦਾ ਤੁਹਾਨੂੰ। ਬਿਲਕੁਲ, ਇਹ ਸੰਭਵ ਹੁੰਦਾ ਹੈ ਕਿ ਮਿਲ ਜਾਂਦਾ ਹੈ। ਇਹਦੇ ਨਾਮ ਤੇ ਵੀ ਭਾਜੀ ਬਹੁਤ ਜ਼ਿਆਦਾ ਲੁੱਟ ਚੱਲਦੀ ਪਈ। ਉਹ ਕਿਸ ਤਰੀਕੇ ਨਾਲ, ਜੇ ਤਾਂ ਹੁਣ ਆਪਾਂ ਚੱਲੀਏ ਗਵਰਨਮੈਂਟ ਦੇ ਅਕੋਰਡਿੰਗ ਕਿ ਸਰਕਾਰ ਕੀ ਕਹਿੰਦੀ, ਕੈਨੇਡਾ ਸਰਕਾਰ ਕਹਿੰਦੀ ਹੈ ਕਿ ਜੇ ਕੋਈ ਵਿਜ਼ਟਰ ਆਇਆ ਹੋਇਆ, ਆਓ ਘੁੰਮੋ ਫਿਰੋ ਤੇ ਵਾਪਿਸ ਜਾਓ। ਵਿਜ਼ਟਰ ਜਾਂ ਟੂਰਿਸਟ ਦਾ ਇਹੀ ਭਾਵ ਹੁੰਦਾ ਹੈ। ਹੁਣ ਉੱਥੇ ਇੱਕ ਆਪਸ਼ਨ ਸੈਕਿੰਡ ਆਉਂਦੀ ਇਹ ਕਿ ਜੇ ਕਿਸੇ ਬੰਦਾ ਕੋਈ ਗਿਆ ਹੋਇਆ, ਉਹਨੂੰ ਕੁਦਰਤੀ ਕੋਈ ਬਿਜ਼ਨਸਮੈਨ ਜਾਂ ਕੋਈ ਹੋਰ ਬੰਦਾ ਕੋਈ ਜੌਬ ਦੇ ਰਿਹਾ ਉਹਨੂੰ ਕਿ ਹਾਂਜੀ ਵੀ ਮੈਂ ਇੰਪਲੋਇਰ ਆ ਭਾਜੀ, ਤੁਹਾਡੇ ਕੋਲ ਬਹੁਤ ਅੱਛੀ ਕਾਬਲੀਅਤ ਹੈਗੀ ਆ, ਤੁਸੀਂ ਮੇਰੇ ਲਈ ਕੰਮ ਕਰ ਸਕਦੇ ਹੋ, ਤੁਸੀਂ ਐਗਰੀ ਹੋ ਜਾਂਦੇ ਹੋ ਤਾਂ ਯੈਸ ਤੁਹਾਡਾ ਵੀਜ਼ਾ ਉੱਥੇ ਕਨਵਰਟ ਹੋ ਸਕਦਾ ਹੈਗਾ ਆ ਅੰਡਰ ਵਰਕ ਪਰਮਿਟ ਦੇ ਵਿੱਚ। ਉਹਦੇ ਦੋ ਤਰੀਕੇ ਆ, ਇੱਕ ਆਨਲਾਈਨ ਇੱਕ ਆਫਲਾਈਨ, ਠੀਕ ਹੈ ਜੀ। ਪਰ ਹੁਣ ਇਹਦੇ ਵਿੱਚ ਵੀ ਕੰਸਲਟੈਂਟ ਉੱਥੇ ਦੇ ਕੀ ਕਰਦੇ, ਆਪਾਂ ਸਾਰੇ ਕੰਸਲਟੈਂਟ ਮਾੜੇ ਨਹੀਂ ਕਹਿੰਦੇ, ਉੱਥੇ ਦੇ ਕੁਝ ਕੰਸਲਟੈਂਟ ਕੀ ਕਰਦੇ ਆ, ਉਹ ਇਹਦਾ ਬਹੁਤ ਜ਼ਿਆਦਾ ਚਾਰਜ ਕਰਦੇ। ਹੁਣ ਸਰਕਾਰੀ ਫੀਸ ਕਿੰਨੀ ਆ, $1000 $55,000 ਰੁਪਈਆ। ਉਹ ਕਿੰਨਾ ਚਾਰਜ ਕਰਦੇ, ਘੱਟੋ ਘੱਟ ਵੀ $50,000 ਕੈਨੇਡੀਅਨ ਡਾਲਰ। ਯੈਸ, ਇੰਡੀਆ ਦਾ ਹੋ ਗਿਆ 25-30 ਲੱਖ ਰੁਪਈਆ। ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਔਰ ਸਾਡੇ ਪੰਜਾਬੀ ਜਿੰਨੇ ਵੀਰ ਹੈਗੇ ਉਹ ਦਿੰਦੇ ਪਏ ਆ। ਮੈਂ ਉਹੀ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਤਾਂ ਇਦਾਂ ਹੈ ਕਿ ਕਿਸੇ ਵੀ ਤਰੀਕੇ ਸਾਡੀ ਜ਼ਮੀਨ ਵਿਕ ਜੇ, ਅਸੀਂ ਵਿਕ ਜੀਏ, ਪਰ ਅਸੀਂ ਕੈਨੇਡਾ ਪਹੁੰਚ ਜੀਏ। ਪਰ ਫਿਰ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਡਾਕੂਮੈਂਟ ਕਿਹੜੇ ਚਾਹੀਦੇ ਹੁੰਦੇ ਆ ਜੇ LMI ਅਪਲਾਈ ਕਰਨੀ ਹੈ? ਹਾਂ, LMI ਦੇ ਵਿੱਚ ਇਸ ਤਰ੍ਹਾਂ ਹੁੰਦਾ, ਜੇ ਸਿਰ ਕੋਲ ਵੀਜ਼ਾ ਆ ਗਿਆ ਤਾਂ ਸਪੋਜ਼ ਕਰੋ ਇੱਥੇ ਕਿਸ ਨੇ ਸ਼ੋਅ ਕੀਤਾ ਕਿ ਮੈਂ ਇੰਡੀਆ 'ਚ ਸ਼ੈਫ ਹੈਗਾ ਆ ਜੀ, ਉਹ ਕੈਨੇਡਾ ਚਲੇ ਗਿਆ, ਉੱਥੇ ਫਿਰ ਉਹ ਕੰਸਲਟੈਂਟ ਨੂੰ ਮਿਲਿਆ, ਕੰਸਲਟੈਂਟ ਨੇ ਉਹਨੂੰ ਫਿਰ ਰੈਸਟੋਰੈਂਟ ਦਾ ਇੱਕ ਜੌਬ ਅਰੇਂਜ ਕਰ ਦਿੱਤਾ, ਜੌਬ ਲੈਟਰ। ਤੁਹਾਡੇ ਡਾਕੂਮੈਂਟ ਉਹੀ ਚੱਲਣੇ ਸਰ ਜਿਹੜੇ ਇੰਡੀਆ ਦੇ ਵਿੱਚ ਐਪਲੀਕੇਸ਼ਨ ਫਾਰਮ ਦੇ ਵਿੱਚ ਵੀਜ਼ਾ ਤੋਂ ਪਹਿਲਾਂ ਤੁਸੀਂ ਪ੍ਰੋਵਾਈਡ ਕੀਤੇ ਸੀ, ਇਹ ਟਰੈਵਲ ਵੀਜ਼ਾ ਦੇ। ਯੈਸ, ਡਾਕੂਮੈਂਟਸ ਉਹੀ ਲੱਗਣੇ ਤੁਹਾਡੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇੰਡੀਆ 'ਚ ਸ਼ੈਫ ਸੀ, ਇੱਥੇ ਆ ਕੇ ਮੈਨੂੰ LMI ਦੇ ਦਿਓ ਤੁਸੀਂ ਮੈਨੇਜਰ ਦੀ ਕਿਸੇ ਹੋਰ ਫੀਲਡ ਦੇ ਵਿੱਚ, ਐਦਾਂ ਨਹੀਂ। ਉਹ ਫਿਰ ਪ੍ਰੋਬਲਮ ਆ ਜਾਏਗੀ, ਉਹ ਰਿਜੈਕਟ ਹੋ ਜਾਏਗੀ ਫਾਈਲ। ਸੋ ਉਹ ਉਹਨਾਂ ਨੂੰ ਪਤਾ ਹੁੰਦਾ ਕੰਸਲਟੈਂਟਸ ਨੂੰ, ਉਹ ਫਿਰ ਉਸ ਬੰਦੇ ਦੀ ਪ੍ਰੋਫਾਈਲ ਦੇ ਅਕੋਰਡਿੰਗ ਹੀ ਉੱਥੇ ਕੰਪਨੀ ਲੱਭਦੇ ਆ, ਉਹ ਫਿਰ ਇੰਪਲੋਇਰ ਨਾਲ ਗੱਲ ਕਰਦੇ ਆ। ਮਤਲਬ ਇਹ ਸਾਰਾ ਕੁਝ ਉਹਨਾਂ ਦੇ ਆਪਸ 'ਚ ਪਲੈਨਿੰਗ ਹੁੰਦੀ। ਜਦੋਂ ਆਪਾਂ ਫਿਰ ਇਹ ਕਹਿੰਦੇ ਆ ਕਿ ਇਹ 22-32 ਲੱਖ ਰੁਪਇਆ ਹੋ ਜਾਂਦਾ, ਮੈਨੂੰ ਲੱਗਦਾ ਫਿਰ ਇਹ ਉਹ ਜਿਹੜਾ ਇੰਪਲੋਇਰ ਆ ਉਹਦੇ ਨਾਲ ਗੱਲ ਕੀਤੀ ਜਾਂਦੀ ਹੈ ਕਿ ਤੂੰ ਅੱਟੀ-ਸੱਟੀ ਲਾ ਲੈਂਦੇ। ਯੈਸ, ਉਹ ਚੀਜ਼ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ ਕਿ ਪੂਰੀ ਇਹਨਾਂ ਦੀ ਆਪਸ ਦੇ ਵਿੱਚ ਮਿਲੀ ਭਗਤ ਦੇ ਨਾਲ ਹੀ ਕੰਮ ਹੁੰਦਾ। ਬਟ ਅਗਰ ਕਿਤੇ ਇਹ ਗੱਲ ਪਤਾ ਲੱਗ ਜਾਵੇ ਇਮੀਗ੍ਰੇਸ਼ਨ ਨੂੰ ਤੇ ਇਹ ਟੋਟਲੀ ਇਲੀਗਲ ਐਕਟੀਵਿਟੀ ਆ, ਉਸ ਕੰਸਲਟੈਂਟ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਜਾਊਗਾ ਔਰ ਇੰਪਲੋਇਰ ਨੂੰ ਬਹੁਤ ਮੋਟਾ ਫਾਈਨ ਪਏਗਾ।
ਬਟ ਇਹ ਚੀਜ਼ ਡਿਸਕਲੋਜ਼ ਹੁੰਦੀ ਨਹੀਂ ਆ। ਕਿਉਂ? ਕਿਉਂਕਿ ਕੋਈ ਵੀ ਪੰਜਾਬੀ ਜਿਹਨੇ ਪੈਸੇ ਦਿੱਤੇ ਹੁੰਦੇ ਇੰਨੇ, ਉਹ ਫਿਰ ਉਹ ਚੀਜ਼ ਕਿਸੇ ਨੂੰ ਡਿਸਕਲੋਜ਼ ਕਰਦਾ ਹੀ ਨਹੀਂ ਆ। ਉਹਨੂੰ ਹੁੰਦਾ ਮੈਨੂੰ ਆਪਣੀ PR ਨਾਲ ਮਤਲਬ ਆ, ਉਹਨਾਂ ਨੂੰ ਪੈਸੇ ਨਾਲ ਮਤਲਬ ਆ। ਸੋ ਇਸ ਕਰਕੇ ਉਹ ਵੀ ਵਿਚਾਰੇ ਚੁੱਪ ਕਰਕੇ ਜਿੱਦਾਂ ਦਾ ਕੰਮ ਹੁੰਦਾ ਉੱਦਾਂ ਦਾ ਕੰਮ ਕਰਦੇ, ਔਰ ਉਹਨਾਂ ਨੂੰ ਐਕਸਪਲੋਇਟੇਸ਼ਨ ਦਾ ਬਹੁਤ ਸਾਹਮਣਾ ਕਰਨਾ ਪੈਂਦਾ। ਇੰਪਲੋਇਰ ਬਹੁਤ ਐਕਸਪਲੋਇਟ ਕਰਦਾ, 3-3 ਮਹੀਨੇ ਸੈਲਰੀ ਨਹੀਂ ਦਿੰਦੇ ਉਹਨਾਂ ਨੂੰ, ਔਰ ਮਨ ਮਰਜ਼ੀ ਦਾ ਕੰਮ ਕਰਵਾਉਂਦੇ ਆ, ਜ਼ਿਆਦਾ ਕੰਮ ਕਰਵਾਉਂਦੇ ਆ। ਔਰ ਕੁਝ ਤਾਂ ਇਹੋ ਜਿਹੇ ਬੰਦੇ ਹੈਗੇ ਜੋ ਕਹਿੰਦੇ ਮੇਰੇ ਕੋਲ ਕੰਮ ਹੈ ਨਹੀਂ ਤੇਰੇ ਵਾਸਤੇ, ਬਾਹਰ ਜਾ ਕੇ ਕੰਮ ਕਰ, ਮੇਰੇ ਕੋਲ ਕੰਮ ਨਹੀਂ ਤੇਰੇ ਵਾਸਤੇ, ਬਾਹਰ ਜਾ ਕੇ ਕੰਮ ਕਰ, ਔਰ ਉੱਥੋਂ ਦੀ ਕੈਸ਼ ਤੇ ਕੰਮ ਕਰਕੇ ਮੈਨੂੰ ਆ ਕੇ ਹਰ ਮਹੀਨੇ ਟੈਕਸ ਦੇਈ ਜਾਈਂ, ਤਾਂ ਕਿ ਮੈਂ ਤੇਰੀ PR ਵਾਸਤੇ ਕੋਈ ਪ੍ਰੋਬਲਮ ਨਾ ਹੋਵੇ। ਹੁਣ ਤੁਸੀਂ ਆਪ ਸੋਚੋ ਬੰਦੇ ਦਾ ਕਿੰਨਾ ਔਖਾ ਹੈ ਕਿ ਇੱਕ ਤਾਂ ਉਹਨੇ ਇੰਨੇ ਪੈਸੇ ਲਾਏ, ਪਲੱਸ ਬਾਹਰ ਕੈਸ਼ ਤੇ ਡਰ ਕੇ ਜੌਬ ਕਰਦਾ ਪਿਆ, ਔਰ ਉੱਥੋਂ ਪੈਸੇ ਇਕੱਠੇ ਕਰਕੇ ਰੈਂਟ ਵੀ ਕੱਢਣਾ, ਰੋਟੀ ਵੀ ਖਾਣੀ, ਤੇ ਉਹਨੂੰ ਟੈਕਸ ਵੀ ਦੇਣਾ। ਵਾਕਈ ਤੁਸੀਂ ਆਪ ਸੋਚੋ ਉਸ ਬੰਦੇ ਤੇ ਕਿੰਨੀ ਜ਼ਿਆਦਾ ਪ੍ਰੋਬਲਮ ਆ। ਕੈਨੇਡਾ ਅਮਰੀਕਾ ਚਾਹੇ ਜਾਣਾ ਕਹਿੰਦੇ ਕਿ ਸੌਖਾ ਰਿਹਾ, ਪਰ ਜੇ ਚਲੇ ਜਾਓ ਤਾਂ ਫਿਰ ਉੱਥੇ ਰਹਿਣਾ ਵੀ ਸੌਖਾ ਨਹੀਂ ਹੈਗਾ। ਮਿੱਠੀ ਜੇਲ੍ਹ ਹੈ। ਇਹਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ, ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ 'ਤੇ। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ? ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ? ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋਅ US Immigration and Politics with Attorney at Law ਜਸਪ੍ਰੀਤ ਸਿੰਘ। ਪੰਜਾਬ ਮੇਲ ਤੁਸੀਂ ਦੇਖ ਰਹੇ ਹੋ, ਪ੍ਰੋਗਰਾਮ ਚੱਲ ਰਿਹਾ ਪੰਜਾਬ ਚਰਚਾ। ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਰਣਜੀਤ ਸਿੰਘ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਿਵੇਂ ਵਿਦੇਸ਼ ਜਾਇਆ ਜਾ ਸਕੇ। ਅੱਛਾ, ਗੱਲ ਹੈ ਕਿ ਹੁਣ ਨਿਊ ਨਾਰਮਲ ਹੈ, ਕਰੋਨਾ ਤੋਂ ਬਾਅਦ ਚੀਜ਼ਾਂ ਹੌਲੀ ਹੌਲੀ ਖੁੱਲ ਰਹੀਆਂ ਨੇ। ਆਪਾਂ ਜੇ ਕਹਿ ਲਈਏ ਇਮੀਗ੍ਰੇਸ਼ਨ ਦੀ ਗੱਲ, ਉਹ ਵੀ ਹੌਲੀ ਹੌਲੀ ਖੁੱਲ ਰਹੀ ਹੈ। ਬਿਲਕੁਲ। ਤੁਹਾਡੀ ਕੀ ਸਲਾਹ ਹੈ ਕਿ ਬੱਚੇ ਅਪਲਾਈ ਕਰ ਸਕਦੇ ਨੇ, ਜਾਂ ਜਿਹਨੇ ਟੂਰਿਸਟ ਅਪਲਾਈ ਕਰਨਾ ਹੈ ਹੁਣ ਉਹ ਕਰ ਸਕਦੇ ਨੇ? ਜਤਿੰਦਰ ਜੀ, ਇੱਥੇ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਸਟੱਡੀ ਵੀਜ਼ਾ ਬਾਰੇ। ਜੀ, ਸਟੂਡੈਂਟ ਜਿਹੜੇ ਹੈਗੇ ਜਾਣ ਲਈ ਐਕਸਾਈਟਡ ਹੈਗੇ ਆ ਕਿ ਹਾਂ ਵੀ ਕਦੋਂ ਸਭ ਕੁਝ ਨਾਰਮਲ ਆਪਾਂ ਜਾਈਏ। ਹੁਣ ਜਿਹੜਾ ਸਟੂਡੈਂਟ ਕੈਨੇਡਾ ਜਾਣਾ ਚਾਹੁੰਦਾ ਆ, ਉਹ ਆਨਲਾਈਨ ਪੋਰਟਲ ਹੀ ਅਪਲਾਈ ਹੁੰਦਾ। ਇਹ ਕਾਫੀ ਟਾਈਮ ਪਹਿਲਾਂ ਹੋ ਗਿਆ ਸੀ ਕਿ ਆਨਲਾਈਨ ਹੀ ਕਰੂਗਾ ਸਟੂਡੈਂਟਸ। ਹੁਣ ਤਾਂ ਵਿਜ਼ਟਰ ਵੀਜ਼ਾ ਨੇ ਆਨਲਾਈਨ ਹੀ ਕਰ ਦਿੱਤਾ ਹੋਇਆ, ਕਹਿੰਦੇ ਸਿਰਫ ਆਨਲਾਈਨ ਕਰੋ। ਤੁਹਾਡੇ ਕੋਲ ਪੇਪਰ ਰੈਡੀ ਆ, ਸਭ ਕੁਝ ਓਕੇ ਆ, ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਆ। ਆਈਲੈਟਸ 'ਚੋਂ 6 ਈਚ ਬੈਂਡ ਹੈਗੇ ਆ, 1 ਸਾਲ ਦੀ ਕਾਲਜ ਫੀਸ ਭਰ ਦੇ, ਜੋ ਵੀ ਉਹਦੀ ਟਰਮਸ ਐਂਡ ਕੰਡੀਸ਼ਨਸ ਹੈਗੀਆਂ, GIC ਦੀ ਸਭ ਕੁਝ ਭਰ ਦਿੱਤਾ, ਤੁਸੀਂ ਆਨਲਾਈਨ ਅਪਲਾਈ ਕਰ ਸਕਦੇ। ਲੇਕਿਨ ਹੁਣ ਇਹਦੇ ਵਿੱਚ ਇੱਕ ਨਵੀਂ ਚੀਜ਼ ਆ ਚੁੱਕੀ ਆ, ਅਪਰੂਵਲ ਇਨ ਪ੍ਰਿੰਸੀਪਲ, AIP। ਜੀ, ਕੈਨੇਡਾ ਸਰਕਾਰ ਵੱਲੋਂ ਜਿਹੜਾ ਬੱਚਾ ਓਕੇ ਹੋ ਗਿਆ ਉਹਨੂੰ ਉਹ AIP ਇਸ਼ੂ ਕਰ ਦਿੰਦੇ ਹੁੰਦੇ। ਇਟ ਇਜ਼ ਅ ਟਾਈਪ ਆਫ ਵੀਜ਼ਾ ਆਪਾਂ ਕਹਿੰਦੇ, ਬਟ ਇਟ ਇਜ਼ ਨਾਟ ਅ ਵੀਜ਼ਾ। ਸਟਿੱਕਰ ਵੀਜ਼ਾ ਹੈ ਨਹੀਂਗਾ, ਇਹ ਤੁਸੀਂ ਟੈਂਪਰੇਰੀ ਵੀਜ਼ਾ ਨੂੰ ਕਹਿ ਸਕਦੇ ਇੱਕ ਤਰ੍ਹਾਂ ਦਾ। ਜਦੋਂ AIP ਗ੍ਰਾਂਟ ਹੋ ਗਈ, ਉਸ ਤੋਂ ਬਾਅਦ ਬੱਚੇ ਨੇ ਵੇਟ ਕਰਨੀ ਆ ਕਦੋਂ ਜਾ ਕੇ ਬਾਇਓਮੈਟ੍ਰਿਕਸ, ਮੈਡੀਕਲ ਤੇ PCC ਹੋਊਗੇ। ਜਦੋਂ ਤਿੰਨੋਂ ਚੀਜ਼ਾਂ ਹੋ ਜਾਊਗੀਆਂ ਸੈਕਿੰਡ ਸਟੇਜ ਦੇ ਵਿੱਚ, ਤਾਂ ਫਿਰ ਉਸ ਤੋਂ ਬਾਅਦ ਉਹਦੇ ਪਾਸਪੋਰਟ ਤੇ ਸਟਿੱਕਰ ਲੱਗੂਗਾ, ਫਿਰ ਕਿਤੇ ਜਾ ਕੇ ਉਹ ਜਾਊਗਾ। ਅੱਛਾ, ਉਦੋਂ ਤੱਕ ਫਿਰ ਉਹ ਕੀ ਕਰਦਾ ਹੈ? ਹਾਂ, ਉਦੋਂ ਤੱਕ ਉਹਨਾਂ ਨੇ ਇਹ ਕਿਹਾ ਹੈ ਕਿ ਤੁਸੀਂ ਆਪਣੀ ਆਨਲਾਈਨ ਸਟੱਡੀ ਸ਼ੁਰੂ ਕਰੋ ਜੀ। ਜੀ, ਹੁਣ ਜਤਿੰਦਰ ਜੀ, ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਕਿਹੜਾ ਇਹੋ ਜਿਹਾ ਬੱਚਾ ਜਿਹੜਾ ਆਨਲਾਈਨ ਸਟੱਡੀ ਵਾਸਤੇ ਇੰਟਰਸਟਡ ਆ? ਗੱਲ ਫਿਰ ਉੱਥੇ ਆਉਂਦੀ ਹੈ ਕਿ ਇੱਥੇ ਹਰ ਇੱਕ ਨੂੰ ਇੱਕ ਹੀ ਹੁੰਦਾ ਹੈ। ਪੰਜਾਬ, ਖਾਸ ਕਰ ਪੰਜਾਬ ਦੀ ਗੱਲ ਕਰਾਂ ਤਾਂ ਉਹਨਾਂ 'ਚ ਇਹ ਹੁੰਦਾ ਹੈ ਕਿ ਆਪਾਂ ਵੀਜ਼ਾ ਲਈਏ ਫਟਾਫਟ, ਜਾ ਕੇ ਉੱਥੇ ਆਪਣੇ 20 ਘੰਟੇ ਜਿਹੜੇ ਸਰਕਾਰ ਵੱਲੋਂ ਦਿੱਤੇ ਜਾਂਦੇ ਪਰ ਹਫ਼ਤੇ ਦੇ 20 ਘੰਟੇ ਪਰ ਵੀ ਤੁਸੀਂ ਕੰਮ ਕਰਨਾ। ਉਹ ਬੱਚੇ ਕੰਮ ਕਰਕੇ ਮਿਹਨਤਾਂ ਕਰਕੇ ਇੱਥੇ ਪਿੱਛੇ ਜਿਹੜਾ ਲੋਨ ਚੱਕ ਕੇ ਗਏ ਹੁੰਦੇ, ਉਹਨਾਂ ਨੇ ਲੋਨ ਪੂਰਾ ਕਰਨਾ ਹੁੰਦਾ। ਆਨਲਾਈਨ ਪੜ੍ਹਾਈ ਵਾਲਾ ਸਿਸਟਮ, ਮੈਂ ਆ ਨਹੀਂ ਕਹਿੰਦਾ ਕਿ ਉਹ ਗਲਤ ਆ, ਉਹਨਾਂ ਨੇ ਓਪਨ ਕੀਤਾ ਹੋਇਆ। ਉਹ ਬੱਚਾ ਉਹ ਪੜ੍ਹੇ ਜ਼ਰੂਰ, ਜਿਹੜੇ ਬੱਚਾ ਵਾਕਈ ਆਨਲਾਈਨ ਸਟੱਡੀ ਵਾਸਤੇ ਇੰਟਰਸਟਡ ਆ, ਜਿਹੜਾ ਕਵੇ ਕਿ ਹਾਂ ਵਾਕਈ ਯਾਰ ਮੈਂ ਪੜ੍ਹਨਾ ਆ ਔਰ ਪੜ੍ਹ ਕੇ ਮੈਂ ਇੱਕ ਬਹੁਤ ਵਧੀਆ ਹਾਈ ਲੈਵਲ ਦੀ ਜੌਬ ਕਰਨੀ ਆ, ਉਸ ਬੱਚੇ ਵਾਸਤੇ ਉਹ ਕੋਈ ਬੁਰਾ ਨਹੀਂ ਆ। ਲੇਕਿਨ ਪੰਜਾਬ ਦੀ ਜੋ ਮੈਜੋਰਿਟੀ ਆ 80% ਤੱਕ, ਉਹਨਾਂ ਨੂੰ ਇਹੀ ਹੁੰਦਾ ਕਿ ਵੀਜ਼ਾ ਲੱਗੇ, ਆਪਾਂ ਜਾਈਏ, ਜਾ ਕੇ ਉੱਥੇ ਆਪਾਂ ਕੰਮ ਕਰਨਾ ਸ਼ੁਰੂ ਕਰੀਏ ਔਰ ਆਪਾਂ ਪਿੱਛੇ ਜਿਹੜਾ ਲੋਨ ਚੱਕਿਆ ਹੋਇਆ ਪੇਰੈਂਟਸ ਨੇ ਉਹਨੂੰ ਕਵਰ ਅਪ ਕਰੀਏ ਜਿੰਨੀ ਜਲਦੀ ਹੋ ਸਕੇ। ਬਾਕੀ ਗੱਲ ਕਹਿ ਲਈਏ ਕਿ ਹੱਥ ਇੱਧਰਲੀ ਪਾ ਲਓ ਉੱਧਰਲੀ ਪਾ ਲਓ, ਹੈਗਾ ਤਾਂ ਕੁਆਲਿਟੀ ਲਾਈਫ ਵਾਲਾ ਕਿ ਅਸੀਂ ਸਾਡੀ ਜ਼ਿੰਦਗੀ ਜਿਹੜੀ ਆ ਉਹ ਸੁਧਰ ਜਾਵੇ। ਹੁਣ ਇੱਕ ਹੋਰ ਗੱਲ ਹੈ, ਜਿਹੜਾ ਕੈਨੇਡਾ ਸਟੂਡੈਂਟ ਵੀਜ਼ਾ ਆ ਉਹਦੇ 'ਚ ਪ੍ਰੋਸੈਸਿੰਗ ਟਾਈਮ ਐਤਕੀ ਬਹੁਤ ਜ਼ਿਆਦਾ ਚੱਲਦਾ ਪਿਆ। ਅਗਰ ਬੱਚਾ ਅੱਜ ਅਪਲਾਈ ਕਰਦਾ ਆ, ਇਟ ਵਿਲ ਟੇਕ ਅਪਰੋਕਸੀਮੇਟਲੀ 2-2 ਮਹੀਨੇ ਲੱਗ ਰਹੇ ਆ, 3-3 ਮਹੀਨੇ ਲੱਗ ਰਹੇ ਆ। ਪਹਿਲਾਂ ਕਿੰਨਾ ਟਾਈਮ ਲੱਗਦਾ ਸੀ? ਪਹਿਲਾਂ 45 ਡੇਜ਼ ਹਾਰਡਲੀ, ਮਹੀਨਾ, ਉਸ ਤੋਂ ਵੀ ਘੱਟ। ਜਦੋਂ ਅਗਰ ਤੁਹਾਨੂੰ ਮੈਂ ਐਗਜ਼ਾਮਪਲ ਦਵਾਂ ਵਿਜ਼ਟਰ ਵੀਜ਼ਾ ਦੀ, ਤਾਂ ਉਹਦੇ ਵਿੱਚ ਪਹਿਲਾਂ ਪ੍ਰੋਸੈਸਿੰਗ ਟਾਈਮ ਹੁੰਦਾ ਸੀਗਾ ਆਨਲਾਈਨ ਸ਼ੋ 45 ਡੇਜ਼। ਅੱਜ ਕਿੰਨਾ ਸ਼ੋ ਹੋ ਰਿਹਾ ਤੁਸੀਂ ਚੈੱਕ ਕਰੋ ਜਾ ਕੇ ਨੈਟ ਤੇ, 240 ਡੇਜ਼। 240 ਡੇਜ਼, ਹਾਂਜੀ। ਇਟ ਮੀਨਸ 6 ਮਹੀਨੇ ਤੋਂ ਵੀ ਵੱਧ। ਹੁਣ ਮੈਂ ਜਿਹੜੀਆਂ ਅਗਸਤ ਦੀਆਂ ਫਾਈਲਾਂ ਲਾਈਆਂ ਸੀਗੀਆਂ, ਅੱਜ ਅਕਤੂਬਰ ਐਂਡ ਹੋਣ ਲੱਗਾ ਆ, 3 ਮਹੀਨੇ ਹੋ ਗਏ, ਰਿਜ਼ਲਟ ਨਹੀਂ ਆਇਆ। ਇਹ ਵਿਜ਼ਟਰ ਵੀਜ਼ਾ ਦੀ, ਇਹ ਵਿਜ਼ਟਰ ਵੀਜ਼ਾ ਦੀ। ਈਵਨ ਸਟੂਡੈਂਟ ਵੀਜ਼ਾ ਵਾਲੇ ਵੀ ਇਹ ਚੀਜ਼ ਫੇਸ ਕਰ ਰਹੇ ਆ। ਤਾਂ ਹੀ ਤਾਂ ਮਾਰਕੀਟ ਦੇ ਵਿੱਚ ਕੈਨੇਡਾ ਸਟੱਡੀ ਵੀਜ਼ਾ ਵਾਸਤੇ ਇੰਨੀ ਪ੍ਰਮੋਸ਼ਨ ਨਹੀਂ ਹੋ ਰਹੀ ਆ। ਤੁਸੀਂ ਅੱਜ ਜਾ ਕੇ ਦੇਖੋ, ਹਰ ਆਫਿਸ ਦੇ ਵਿੱਚ ਜੋ ਸਟੱਡੀ ਵੀਜ਼ਾ ਡੀਲ ਕਰਦੇ ਆ,
ਯੂਕੇ ਨੂੰ ਪ੍ਰਮੋਟ ਕੀਤਾ ਜਾ ਰਿਹਾ UK ਵੱਲ ਬਹੁਤ ਰੁਝਾਨ ਕਿਉਂ? ਕਿਉਂਕਿ ਯੂਕੇ ਦੀ ਫਾਈਲ ਅੱਜ ਲਗਾਓ ਤੇ 2 ਹਫ਼ਤੇ ਜਾਂ ਵਿਦਿਨ ਅ ਮੰਥ, ਕਈ ਵਾਰ ਹਫ਼ਤੇ ਦੇ ਵਿੱਚ ਤੁਸੀਂ ਰਿਜ਼ਲਟ ਲਓ, ਸਟicker ਵੀਜ਼ਾ ਲੱਗ ਕੇ ਆਂਦਾ ਔਰ ਸਟੂਡੈਂਟ ਜਾ ਵੀ ਸਕਦਾ ਆ ਜੀ। ਬਟ ਅੱਗੇ ਜਾ ਕੇ ਫਿਊਚਰ ਹੈ ਨਹੀਂ, ਇਹ ਚੀਜ਼ ਕੋਈ ਗਾਈਡ ਨਹੀਂ ਕਰਦਾ। ਇਹ ਬੱਚੇ ਨੂੰ ਗਾਈਡ ਉਸੇ ਟਾਈਮ ਕਰਨੀ ਚਾਹੀਦੀ ਕਿ ਤੁਸੀਂ ਜਾ ਤਾਂ ਰਹੇ ਹੋ ਯੂਕੇ, ਪੜ੍ਹਾਈ ਕਰੋਗੇ, ਪੜ੍ਹਾਈ ਤੋਂ ਬਾਅਦ ਤੁਹਾਨੂੰ ਪਰਮਿਟ ਮਿਲੇਗਾ, ਪਰਮਿਟ ਤੋਂ ਬਾਅਦ ਯੂ ਹੈਵ ਟੂ ਕਮ ਬੈਕ ਟੂ ਇੰਡੀਆ। ਜੋ ਕਿ ਅਗਰ ਆਪਾਂ ਹਿਸਟਰੀ ਦੇਖੀਏ 2009, 10, 11 ਦੇ ਵਿੱਚ ਇਹ ਬਹੁਤ ਜ਼ਿਆਦਾ ਇੱਕ ਉੱਥੇ ਇਫੈਕਟ ਹੋਇਆ ਸੀਗਾ। ਬੱਚੇ ਗਏ ਸੀ, ਉਹਨਾਂ ਨੇ ਆਪਣਾ ਪਾਊਂਡ ਜਿਹੜਾ ਸੀਗਾ ਫਾਈਨੈਂਸ਼ੀਅਲ ਸੀਗੇ, ਆਪਣੀ ਇਕਨੋਮੀ ਸੀ ਉਹ ਬੂਸਟਅਪ ਕਰ ਲਈ। ਜਦੋਂ ਕੋਰਸ ਖਤਮ ਹੋਏ ਅੱਧੇ ਕਾਲਜ ਬਲੈਕਲਿਸਟ ਹੋ ਗਏ, ਬੱਚਿਆਂ ਨੂੰ ਡਿਪੋਰਟ ਕੀਤਾ ਗਿਆ ਸੀ। ਔਰ ਕੁਝ ਬੱਚੇ ਤਾਂ ਇੱਦਾਂ ਦੇ ਸੀਗੇ ਜਿਹੜੇ ਵਿਚਾਰੇ ਪੁਲ ਦੇ ਥੱਲੇ ਰਾਤ ਗੁਜ਼ਾਰਦੇ ਹੁੰਦੇ ਸੀਗੇ, ਉੱਥੋਂ ਚੱਕ ਕੇ ਡਿਪੋਰਟ ਕੀਤੇ। ਸੋ ਇੰਨਾ ਬੈਡ, ਮਤਲਬ ਉਸ ਟਾਈਮ ਇੰਨਾ ਮਾੜਾ ਟਾਈਮ ਆ ਗਿਆ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਇੰਗਲੈਂਡ ਦੀ, ਤੇ ਇੰਗਲੈਂਡ ਦੇ ਵਿੱਚ ਇਹ ਬੜਾ ਤਰੀਕਾ ਅੱਜ ਕੱਲ੍ਹ ਆਪਣੇ ਬੰਦੇ ਅਪਣਾ ਰਹੇ ਨੇ ਕਿ ਉੱਥੇ ਉਹ ਚਲੇ ਜਾਂਦੇ ਨੇ, ਫਿਰ ਸਪਾਊਸ ਤੇ ਜਾਂਦੇ ਨੇ, ਫਿਰ ਉੱਥੇ ਉਹਨਾਂ ਦਾ ਇੱਕ ਬੇਬੀ ਪਲਾਨ ਕਰ ਲੈਂਦੇ ਨੇ। ਕੀ ਉਹਦੇ ਸਹਾਰੇ ਕੁਝ ਇਹਦਾ ਦਾ ਤਰੀਕਾ ਹੁੰਦਾ? ਯੈਸ, ਉਹ ਇੱਕ ਅਲੱਗ ਪ੍ਰੋਗਰਾਮ ਹੈਗਾ ਆ। ਉਹਦੇ ਲਈ ਆਪਾਂ ਨੂੰ ਕਹਿ ਲਓ ਕਿ ਇੱਕ ਨਵਾਂ ਸੈਸ਼ਨ ਚਾਹੀਦਾ, ਪੂਰਾ ਦਾ ਪੂਰਾ ਇੰਟਰਵਿਊ ਲਈ। ਉਹ ਲੰਬੀ ਚੱਲ ਜਾਏਗੀ। ਇੱਥੋਂ ਮੇਰੇ ਕਹਿੰਦਾ ਮਤਲਬ ਸਟੱਡੀ ਤੇ ਜਾਂਦਾ। ਹਾਂ, ਤੁਹਾਨੂੰ ਉਹ ਹਲਕਾ ਜਿਹਾ ਓਵਰਵਿਊ ਦੇ ਦਿੰਦਾ ਹੈ। ਉਹਦਾ ਕੀ ਹੈ ਕਿ ਸਪਾਊਸ ਦੇ ਵਿੱਚ ਇੱਕ ਫਾਇਦਾ ਇਹ ਹੁੰਦਾ ਅਗਰ ਉਹ ਚੱਲ ਜਾਂਦੇ ਇਕੱਠੇ, ਜਾ ਕੇ ਉੱਥੇ ਉਹਨਾਂ ਦਾ ਅਗਰ ਬੇਬੀ ਹੋ ਜਾਂਦਾ ਹੈਗਾ ਆ, ਤਾਂ ਉੱਥੇ ਪਹਿਲੀ ਗੱਲ ਤਾਂ ਬੇਬੀ ਹੋਣ ਤੇ ਉਹਨਾਂ ਨੂੰ ਜਿੰਨੀ ਵੀ ਪੈਨਲਟੀ ਉਹ ਦੇਣੀ ਪੈਂਦੀ, ਤਕਰੀਬਨ ਕੋਈ 8000 ਪਾਉਂਡ ਦੇ ਕਰੀਬ ਉਹ ਪੈਸੇ ਦੇਣੇ ਪੈਂਦੇ, ਔਰ ਅਗਲੇ 5 ਸਾਲ ਤੱਕ ਪੈਸੇ ਦੇਣੇ ਹੁੰਦੇ। ਉਹ ਕਿੰਨੇ ਹੁੰਦੇ ਉਹ ਤੁਹਾਨੂੰ ਆਪਾਂ ਪ੍ਰੋਪਰ ਮੈਂ ਕਨਫਰਮ ਕਰ ਦੂੰਗਾ। 5 ਸਾਲ ਬਾਅਦ ਜਾ ਕੇ ਤੁਹਾਨੂੰ ਇੱਕ ਸਟੈਂਪ ਮਿਲਦੀ, ਹਾਂ ਵੀ ਠੀਕ ਆ ਹੁਣ ਤੁਸੀਂ ਇੱਥੇ ਰਹਿ ਸਕਦੇ ਲੀਗਲੀ। ਮਤਲਬ ਉਹ ਤੁਹਾਡਾ ਫਿਰ ਹੌਲੀ ਹਰ ਸਾਲ ਐਕਸਟੈਂਡ ਹੁੰਦਾ ਰਹਿੰਦਾ ਹੁੰਦਾ। ਅੱਛਾ, ਤੁਹਾਨੂੰ ਪੈਨਲਟੀ ਦੇਣੀ ਪੈਣੀ। ਬਿਲਕੁਲ, ਮਤਲਬ ਉਹ ਬਹੁਤ ਮਹਿੰਗਾ ਕੰਮ ਆ। ਹੁਣ ਜਿਸ ਇਨਸਾਨ ਨੇ ਜਾਣਾ ਹੀ ਹੈਗਾ ਔਰ ਉਹਨੇ ਪਲੈਨਿੰਗ ਕਰ ਲਈ ਆ ਤਾਂ ਉਹ ਕਰੇਗਾ, ਪਰ ਗਲਤ ਆ। ਕਿਉਂਕਿ ਕੱਲ ਨੂੰ ਤੁਸੀਂ ਕਹਿ ਲਓ ਕਿ 2 ਸਾਲ 3 ਸਾਲ ਬਾਅਦ ਜੇ ਕਾਨੂੰਨ ਚੇਂਜ ਹੋ ਜਾਵੇ ਫਿਰ ਤੁਸੀਂ ਕੀ ਕਰੋਗੇ? ਲਾਅ ਦਾ ਕੁਝ ਨਹੀਂ ਪਤਾ। ਸੋ ਕਹਿਣ ਤੋਂ ਭਾਵ ਇਹ ਆ ਕਿ ਹੱਲੇ ਟਾਈਮ ਬੜਾ ਸੈਂਸਿਟਿਵ ਚੱਲ ਰਿਹਾ ਆ। ਜਿਹੜੇ ਬੱਚੇ ਜਾਣਾ ਚਾਹੁੰਦੇ ਆ ਆਪਣੀ ਪਲੈਨਿੰਗ ਕਰ ਲੈਣ, ਆਪਣੀ ਪ੍ਰੋਫਾਈਲ ਨੂੰ ਅੱਛਾ ਕਰ ਲੈਣ, ਲੇਕਿਨ ਅਪਲਾਈ ਥੋੜ੍ਹੇ ਰੁਕ ਕੇ ਕਰ ਲੈਣ। ਅੱਛਾ, ਫਿਰ ਜਦੋਂ ਆਪਾਂ ਕਹਿੰਦੇ ਹਾਂ ਅਪਲਾਈ ਥੋੜਾ ਰੁਕ ਕੇ ਕਰ ਲੈਣ ਤਾਂ ਫਿਰ ਉਹ ਗੈਪ ਵੀ ਆ ਜਾਂਦਾ ਹੈ। ਬਿਲਕੁਲ, ਉਹ ਸਟੱਡੀ ਗੈਪ। ਹੁਣ ਸਪੋਜ਼ ਕਰੋ ਕਿਸੇ ਬੱਚੇ ਨੇ ਬੀਕਾਮ ਖਤਮ ਕੀਤੀ ਆ, ਐਗਜ਼ਾਮਪਲ ਦੇ ਰਿਹਾ, ਉਹਨੇ ਜਾਣਾ ਹੈਗਾ ਬਾਹਰ, ਕੋਰਸ ਉਹਨੇ ਚੂਜ਼ ਕਰ ਲਿਆ ਜੀ ਅਕਾਊਂਟਿੰਗ ਦਾ, ਤਾਂ ਇੱਥੇ ਕਿਸੇ ਵੀ ਸੀਏ ਦੇ ਨਾਲ, ਅੱਛੇ ਸੀਏ ਨਾਲ ਆਪਣੀ ਜੌਬ ਸ਼ੁਰੂ ਕਰ ਲਵੇ, ਆਪਣਾ ਟਾਈਮ ਖਰਾਬ ਨਾ ਕਰੇ, ਜਿਹੜਾ ਉਹਦਾ ਗੈਪ ਹੈ ਉਹ ਤਾਂ ਕਿ ਉਹ ਗੈਪ ਕਵਰ ਹੋ ਜਾਵੇ। ਬਿਲਕੁਲ, ਉਹ ਚਾਹੇ ਸੈਲਰੀ ਥੋੜੀ ਘੱਟ ਵੀ ਆ ਜਾਵੇ ਕੋਈ ਦਿੱਕਤ ਨਹੀਂ ਆ। ਸਟੱਡੀ ਵੀਜ਼ਾ ਦੇ ਵਿੱਚ ਸੈਲਰੀ ਕਿੰਨੀ ਆ ਉਹ ਮੈਟਰ ਨਹੀਂ ਕਰਦੀ। ਉਹ 'ਚ ਇਹ ਹੁੰਦਾ ਕਿ ਤੁਹਾਡਾ ਗੈਪ ਕਵਰ ਹੋ ਗਿਆ, ਤੁਸੀਂ ਉਸ ਗੈਪ 'ਚ ਫ੍ਰੀ ਤਾਂ ਨਹੀਂ ਬੈਠੇ ਸੀਗੇ, ਦੈਟਸ ਇਟ। ਅਗਰ ਉਹ ਵਧੀਆ ਤਾਂ ਬੱਚਾ ਥੋੜਾ ਜਿਹਾ ਵੇਟ ਕਰ ਲਵੇ ਜਦ ਤੱਕ ਸਭ ਕੁਝ ਨਾਰਮਲ ਹੋ ਜਾਵੇ। ਜੈਨ ਫੈਬ ਦੇ ਵਿੱਚ ਜਦੋਂ ਸਟicker ਵੀਜ਼ਾ ਲੱਗਣੇ ਸ਼ੁਰੂ ਹੋ ਜਾਣ ਉਸ ਟਾਈਮ ਬੱਚਾ ਅਪਲਾਈ ਕਰੇ, ਤੇ ਕਿਉਂ ਨਹੀਂ ਵੀਜ਼ਾ ਆ ਸਕਦਾ, ਔਰ ਖੁਦ ਅਪਲਾਈ ਕਰੇ। ਮੈਂ ਤਾਂ ਇਹ ਕਹੂੰਗਾ। ਅੱਛਾ, ਗੱਲ ਆਪਾਂ ਇੱਥੋਂ ਕੀ ਲਈ ਹੈ ਕਿ ਇੱਥੇ ਜਿਹੜਾ ਹੈ ਸਟੱਡੀ ਵੀਜ਼ਾ ਹੋ ਗਿਆ, ਹੁਣ ਆਪਾਂ ਇੱਕ ਹੋਰ ਰੁਝਾਨ ਹੈ ਕਿ PR ਇੱਥੋਂ ਯਾਨੀ ਕਿ ਪਰਮਾਨੈਂਟ ਰੈਜ਼ੀਡੈਂਸੀ ਇੱਥੋਂ ਲੈ ਕੇ ਜਾਂਦੇ ਨੇ। ਉਹਦੇ ਬਾਰੇ ਦੱਸੋ ਕਿ ਉਹ ਕੀ ਪ੍ਰੋਗਰਾਮ ਹੈ, ਕਿੱਦਾਂ ਤੁਸੀਂ ਜਾ ਸਕਦੇ ਹੋ ਤੇ ਕੀ ਕਰ ਸਕਦੇ ਹੋ? ਕੈਨੇਡਾ ਦਾ ਬਹੁਤ ਵਧੀਆ ਪ੍ਰੋਗਰਾਮ ਹੈ PR ਦਾ। 2 ਕੰਟਰੀ PR ਦਿੰਦੇ ਪਏ ਇਸ ਟਾਈਮ। ਫਸਟ ਇਜ਼ ਕੈਨੇਡਾ, ਸੈਕੰਡ ਇਜ਼ ਆਸਟ੍ਰੇਲੀਆ। ਆਸਟ੍ਰੇਲੀਆ ਦਾ ਤੇ ਇਸ ਤਰ੍ਹਾਂ ਕਿ ਤੁਹਾਨੂੰ 7 ਈਚ ਆਈਲੈਟਸ ਦੇ ਵਿੱਚੋਂ ਜਾਂ 8 ਈਚ ਆਊਗੇ ਤਾਂ ਤੁਹਾਡੀ ਗੱਲ ਬਣ ਸਕਦੀ। ਅਗਰ ਉਸ ਤੋਂ ਘੱਟ ਆ ਤਾਂ ਉਧਰ ਕ੍ਰੋਸ ਕਰ ਦਿਓ, ਉਧਰ ਦੇਖਣ ਦੀ ਲੋੜ ਨਹੀਂ ਫਿਰ। ਔਰ ਦੂਸਰੀ ਗੱਲ, ਦੀ ਫੀਸਿਸ ਬਹੁਤ ਜ਼ਿਆਦਾ ਆ, ਤਕਰੀਬਨ ਨਹੀਂ, ਜਿਹੜੀ ਸਰਕਾਰੀ ਫੀਸ ਆ 1.5-2 ਲੱਖ ਰੁਪਏ ਦੇ ਕਰੀਬ ਆ। ਤੇ ਜੇ ਕਿਤੇ ਰਿਫਿਊਜ਼ ਹੋ ਗਿਆ ਕਿਸੇ ਪੁਆਇੰਟ ਤੇ ਆ ਕੇ, ਉਹ ਸਾਰੇ ਪੈਸੇ ਮਿੱਟੀ ਆ। ਲੋਕਾਂ ਦਾ ਸਭ ਤੋਂ ਜ਼ਿਆਦਾ ਰੁਝਾਨ ਕਿੱਥੇ ਹੈ? ਕੈਨੇਡਾ ਦੇ ਵਿੱਚ। ਕੈਨੇਡਾ PR ਦੇ ਇੱਕ ਨਹੀਂ ਕਿੰਨੇ ਪ੍ਰੋਗਰਾਮ ਆ। ਫਸਟ ਪ੍ਰੋਗਰਾਮ ਜੋ ਮੇਜਰ ਸਭ ਤੋਂ ਜ਼ਿਆਦਾ ਫੇਮਸ ਆ, ਦੈਟ ਇਜ਼ ਦ ਐਕਸਪ੍ਰੈਸ ਐਂਟਰੀ ਪ੍ਰੋਗਰਾਮ, ਜਿਹਦਾ ਡਰਾਅ ਮਹੀਨੇ 'ਚ 2-3 ਵਾਰੀ ਨਿਕਲਦਾ ਹੈ। ਇਸ ਟਾਈਮ ਉਹਦਾ ਡਰਾਅ ਚੱਲਦਾ ਪਿਆ, ਜਦੋਂ ਆਪਾਂ CRS ਸਕੋਰ ਕਹਿੰਦੇ ਜਾਂ CRS ਡਰਾਅ ਕਹਿੰਦੇ ਆ, ਉਹ ਚੱਲਦਾ ਪਿਆ 471 ਦੇ ਕਰੀਬ, ਨੀਅਰ ਅਬਾਊਟ। ਕਦੀ 472, ਕਦੀ 468, ਇੰਨਾ ਕਾ ਜਾਂਦਾ ਹੈ। ਹੁਣ ਇੱਥੇ ਮੈਟਰ ਕਰਦਾ ਹੈ, ਉਸ 4 ਫੈਕਟਰ ਮੇਨ ਹੈਗੇ ਆ। ਦੈਟ ਇਜ਼ ਤੁਹਾਡੀ ਏਜ, ਤੁਹਾਡੇ ਆਈਲੈਟਸ ਦੇ ਸਕੋਰ, ਤੁਹਾਡਾ ਐਕਸਪੀਰੀਅੰਸ ਤੇ ਤੁਹਾਡੀ ਐਜੂਕੇਸ਼ਨ। ਜਿਹੜਾ ਬੱਚੇ ਦੀ 30 ਸਾਲ ਤੋਂ ਘੱਟ ਉਮਰ ਹੈ ਔਰ ਉਹਦੇ ਆਈਲੈਟਸ ਚੋਂ 8,777 ਯਾਨੀ ਕਿ ਲਿਸਨਿੰਗ ਚੋਂ 8 ਤੇ ਬਾਕੀ ਜੋ 7 ਬੈਂਡ ਆਏ ਹੋਏ ਆ, ਔਰ ਉਹਦਾ ਐਕਸਪੀਰੀਅੰਸ 3 ਸਾਲ ਤੋਂ ਉੱਪਰ ਆ, ਔਰ ਉਹਦੀ ਐਜੂਕੇਸ਼ਨ ਮਾਸਟਰ ਜਾਂ ਬੈਚਲਰ ਹੈਗੀ ਆ, ਉਹ ਬੰਦਾ ਐਕਸਪ੍ਰੈਸ ਸੈਂਟਰ 'ਚ ਖੁਦ ਘਰ ਬੈਠ ਕੇ ਪੂਰੀ ਪ੍ਰੋਫਾਈਲ ਬਣਾ ਕੇ ਅਪਲੋਡ ਕਰ ਸਕਦਾ। ਸਪੋਜ਼ ਕਰੋ ਉਸ ਇਨਸਾਨ ਦੇ ਪੁਆਇੰਟ 472 ਬਣ ਗਏ ਔਰ ਕੱਲ੍ਹ ਨੂੰ ਡਰਾਅ ਨਿਕਲਦਾ 471, ਤਾਂ ਉਸ ਇਨਸਾਨ ਨੂੰ ਇਨਵੀਟੇਸ਼ਨ ਟੂ ਅਪਲਾਈ ਮਿਲ ਜਾਏਗਾ, ਮੇਲ ਆ ਜਾਏਗੀ ਕਿ ਸਾਨੂੰ ਤੁਸੀਂ ਹੁਣ ਆਹ ਡਾਕੂਮੈਂਟ ਭੇਜੋ ਜਾਂ ਅਪਲੋਡ ਕਰ ਦਿਓ ਆਪਣੇ GCK ਅਕਾਊਂਟ ਦੇ ਵਿੱਚ। ਉਹ ਕਰ ਦਿੱਤਾ, ਵਿਦਿਨ 6 ਮੰਥਸ ਦੇ ਅੰਦਰ ਅੰਦਰ ਉਹਨੂੰ ਪਾਸਪੋਰਟ ਰਿਕੁਐਸਟ ਆ ਜਾਣੀ ਆ ਕਿ ਆਪਣੇ ਬਾਇਓਮੈਟ੍ਰਿਕ ਦਿਓ ਤੇ ਆਪਣਾ ਪਾਸਪੋਰਟ ਤੇ ਉਹ ਤੁਹਾਡੇ ਸਟicker ਵੀਜ਼ਾ ਲੱਗ ਜਾਏਗਾ। ਅੱਛਾ, ਜਦੋਂ ਆਪਾਂ ਗੱਲ ਕੀਤੀ ਸੀ ਕਿ ਲੋਕਡਾਊਨ ਚੱਲ ਰਿਹਾ, ਹਲੇ ਜਿਹੜਾ ਹੈ ਉਹ ਵੈਰੀਫਾਈ ਨਹੀਂ ਹੋ ਰਹੇ, ਤੁਹਾਡੇ ਫਿੰਗਰਪ੍ਰਿੰਟਸ ਨਹੀਂ ਹੋ ਰਹੇ, ਹਾਂਜੀ, ਇਹ ਇਸ ਕੇਸ 'ਚ ਹੋ ਰਹੇ? ਹਾਲੇ ਵੀ ਨਹੀਂ ਹੋ ਰਹੇ। ਬਾਇਓਮੈਟ੍ਰਿਕ ਸਾਰਿਆਂ ਦੇ ਹੋਲਡ ਆ, ਚਾਹੇ ਉਹ ਸਟੱਡੀ, ਚਾਹੇ ਉਹ ਵਿਜ਼ਿਟਰ, ਚਾਹੇ ਉਹ PR ਦੇ ਕੇਸ, ਸਭ ਦੇ ਹੋਲਡ ਆ। ਪੂਰੀ ਕੋਸ਼ਿਸ਼ ਆ ਸਰਕਾਰਾਂ ਦੀ
ਕਿ ਉਹ ਜਿੰਨੀ ਜਲਦੀ ਹੋ ਸਕੇ ਉਹ ਇਹਨੂੰ ਓਪਨ ਕਰ ਦਿਓ। ਹੁਣ ਇੱਕ ਨਵਾਂ ਅਪਡੇਟ ਆਇਆ ਸੀਗਾ ਨੀਅਰ ਅਬਾਊਟ 20 ਅਕਤੂਬਰ ਨੂੰ ਕਿ ਜਿਹਨਾਂ ਲੋਕਾਂ ਦੀ ਪੁਰਾਣੀਆਂ ਪਾਸਪੋਰਟ ਰਿਕੁਐਸਟ ਆਈਆਂ ਸੀਗੀਆਂ ਮਾਰਚ ਦੀਆਂ ਜਾਂ ਫੈਬ ਦੀਆਂ ਕਿ ਹਾਂਜੀ ਤੁਸੀਂ ਪਾਸਪੋਰਟ ਭੇਜੋ, ਹੁਣ ਉਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਕਿਸ ਤਰੀਕੇ ਨਾਲ ਐਮਬੈਸੀ ਨੂੰ ਭੇਜਣੇ ਹੈਗੇ। ਹੁਣ ਉਹ ਭੇਜੂਗੇ, ਸਿਰਫ ਉਹਨਾਂ ਨੂੰ ਜਿਹੜਾ ਨੂੰ ਆਲਰੇਡੀ ਰਿਕੁਐਸਟ ਆ ਚੁੱਕੀ ਉਹੀ ਸਿਰਫ ਭੇਜੂਗੇ। ਹਾਂ, ਉਹ ਭੇਜੂਗੇ, ਫਿਰ ਉੱਤੇ ਸਟicker ਵੀਜ਼ਾ ਲੱਗੇਗਾ ਔਰ ਫਿਰ ਜਾ ਕੇ ਉਹਨਾਂ ਦਾ ਵੀਜ਼ਾ ਗ੍ਰਾਂਟ ਮਤਲਬ ਹੋ ਜਾਊਗਾ। ਪਰ ਟਰੈਵਲ ਕਦੋਂ ਕਰਨਾ ਉਹ ਵੀ ਅਪਡੇਟ ਆਈ ਹੋਈ ਆ ਕਿ ਟਰੈਵਲ ਉਹੀ ਇਨਸਾਨ ਕਰ ਸਕਦੇ ਹੈਗੇ ਜਿਹੜਾ ਦੇ ਉੱਥੇ ਰਿਲੇਟਿਵਸ PR ਜਾਂ ਸਿਟੀਜ਼ਨਸ ਹੈ ਔਰ ਬਹੁਤ ਹੀ ਜ਼ਰੂਰੀ ਕੰਮ ਲਈ ਜਾ ਰਹੇ ਹੋ। ਜ਼ਰੂਰੀ ਇਨ ਦਾ ਸੈਂਸ ਕਿ ਕੋਈ ਬੰਦਾ ਉੱਥੇ ਸੀਰੀਅਸ ਆ ਜਾਂ ਉੱਥੇ ਪ੍ਰੈਗਨੈਂਸੀ ਹੋ ਗਈ ਆ ਜਾਂ ਉੱਥੇ ਕੋਈ ਰੱਬ ਨਾ ਕਰੇ ਡੈਥ ਹੋ ਗਈ ਆ, ਉਸ ਕੇਸਿਸ ਦੇ ਵਿੱਚ। ਅਦਰਵਾਈਜ਼ ਨਹੀਂ ਜਾ ਸਕਦੇ। ਅਦਰਵਾਈਜ਼ ਇਹ ਪਰ ਟੂਰਿਜ਼ਮ ਲਈ ਜਾ ਰਹੇ, ਘੁੰਮਣ ਲਈ ਜਾਣਾ, ਸੌਰੀ 에ਅਰਪੋਰਟ ਤੇ ਚੜ੍ਹਨ ਨਹੀਂ ਦਊਗੇ ਜੀ। ਅੱਛਾ, ਆਪਾਂ ਗੱਲ ਕੀਤੀ ਐਕਸਪ੍ਰੈਸ ਐਂਟਰੀ ਦੀ, ਇਹ ਤੇ ਐਕਸਪ੍ਰੈਸ ਐਂਟਰੀ ਆ, ਹੋਰ ਕਿਹੜੇ ਤਰੀਕੇ ਨੇ? ਬਿਲਕੁਲ, ਹੁਣ ਜ਼ਰੂਰੀ ਨਹੀਂ ਕਿ ਹਰ ਬੰਦੇ ਦੇ ਐਕਸਪ੍ਰੈਸ ਐਂਟਰੀ ਸਕੋਰ ਬਣ ਜਾਣ। ਬਹੁਤ ਲੋਕਾਂ ਦੇ 8777 ਛੱਡੋ 6 ਚ ਨਹੀਂ ਆਉਂਦੇ, ਉਹ ਕਿੱਥੇ ਜਾਣ? ਉਹਨਾਂ ਵਾਸਤੇ ਉਹਨਾਂ ਨੇ ਇੱਕ ਵੱਖਰੇ ਪ੍ਰੋਗਰਾਮ ਹੈਗੇ, ਦੈਟ ਇਜ਼ ਅ PNP, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜੀ। ਉਹਦੇ ਵਿੱਚ ਇਹਨਾਂ ਦੇ 10 ਪ੍ਰੋਵਿੰਸਿਸ ਹੈਗੇ ਆ, ਉਹ 'ਚ ਕੱਲੇ ਪ੍ਰੋਵਿੰਸ ਵਿੱਚ ਦੇਖਣਾ ਪੈਂਦਾ ਹੈਗਾ ਕਿ ਤੁਹਾਡੀ ਜੋ ਜੌਬ ਹੈਗੀ ਉੱਥੇ ਡਿਮਾਂਡ 'ਚ ਹੈ ਕਿ ਨਹੀਂ। ਇਹ 'ਚੋਂ ਇੱਕ ਪ੍ਰੋਵਿੰਸ ਹੈਗਾ ਸੈਸਕੈਚੁਅਨ, ਉਹਦਾ ਇੱਕ ਪ੍ਰੋਗਰਾਮ ਚੱਲਦਾ ਹੈ SINP। ਅੱਛਾ, ਉਹਦਾ ਅਲੱਗ ਪ੍ਰੋਗਰਾਮ ਹੈ? ਹਾਂ, ਹਰ ਇੱਕ ਨੇ ਅਲੱਗ ਪ੍ਰੋਗਰਾਮ ਬਣਾਇਆ ਹੋਇਆ। ਅਲਬਰਟਾ ਨੇ ਬਣਾਇਆ ਹੋਇਆ EINP, ਸੈਸਕੈਚੁਅਨ ਨੇ SINP, BC ਬ੍ਰਿਟਿਸ਼ ਕੋਲੰਬੀਆ ਨੇ BCPNP, ਮੈਨੀਟੋਬਾ ਨੇ MPNP। ਇਸ ਤਰ੍ਹਾਂ ਸਭ ਨੇ ਹੀ ਆਪਣਾ ਅਲੱਗ ਪ੍ਰੋਗਰਾਮ ਬਣਾਇਆ ਹੋਇਆ। ਕਹਿ ਲਓ ਕਿ ਸਭ ਸਰਕਾਰਾਂ ਹੈਗੀਆਂ ਇਹਨਾਂ ਦੀਆਂ, ਠੀਕ ਹੈ। ਹੁਣ ਉਹਦੇ 'ਚ ਕੀ ਹੈ, SINP ਕਿਹੋ ਜਿਹਾ ਪ੍ਰੋਵਿੰਸ ਆ, ਉਹ ਕਹਿੰਦਾ ਕਿ ਜੇ ਤੁਹਾਡੇ 60 ਪੁਆਇੰਟ ਬਣਦੇ ਆ ਤੁਸੀਂ ਇਹ 'ਚ EOI ਪਾ ਦਿਓ। EOI ਦਾ ਭਾਵ ਹੈਗਾ ਐਕਸਪ੍ਰੈਸ਼ਨ ਆਫ ਇੰਟਰਸਟ। ਤੁਸੀਂ ਇੱਕ ਫਾਰਮ ਹੁੰਦਾ ਹੈ, ਉਹ ਭਰਨਾ ਆਨਲਾਈਨ ਜਾ ਕੇ, ਤੁਸੀਂ ਉਹ 'ਚ ਆਪਣੀ ਡਿਟੇਲ ਭਰਨੀ ਸਾਰੀ, ਐਜੂਕੇਸ਼ਨ, ਐਕਸਪੀਰੀਅੰਸ, ਆਈਲੈਟਸ। ਅਗਰ 60 ਤੋਂ ਉੱਪਰ ਬਣ ਗਏ ਤਾਂ ਉੱਥੇ ਸਬਮਿਟ ਕਰ ਦਿਓ। ਉਹਨਾਂ ਦਾ ਵੀ ਡਰਾਅ ਨਿਕਲਦਾ ਹਰ ਮਹੀਨੇ ਜੀ। ਜੇ ਉਹ ਤੁਹਾਡੇ ਪੁਆਇੰਟ ਸਪੋਜ਼ ਕਰੋ 65 ਬਣਦੇ, ਉਹਨਾਂ ਦਾ ਡਰਾਅ ਨੰਬਰ ਆ ਗਿਆ 64 ਤੇ ਤੁਹਾਡੇ 65 ਬਣਦੇ ਤਾਂ ਤੁਹਾਨੂੰ ਉਹਨਾਂ ਨੇ ਨੋਮੀਨੇਸ਼ਨ ਸਰਟੀਫਿਕੇਟ ਇਸ਼ੂ ਕਰ ਦੇਣਾ। ਉਹਦੇ ਬਣਦੇ 600 ਪੁਆਇੰਟ। ਤੁਹਾਡੇ ਐਕਸਪ੍ਰੈਸ 'ਚ ਬਣਦੇ ਸੀਗੇ 300 ਸਪੋਜ਼ ਕਰੋ ਪੁਆਇੰਟ, 600 ਉਹ ਜੁੜ ਗਏ 900 ਹੋ ਗਏ ਤੇ ਤੁਹਾਨੂੰ ਅਗਲੇ ਮਹੀਨੇ ਜਦੋਂ ਵੀ ਡਰਾਅ ਨਿਕਲਣਾ ਤੁਹਾਨੂੰ ITA ਇਨਵੀਟੇਸ਼ਨ ਟੂ ਅਪਲਾਈ ਆਉਣਾ ਹੀ ਆਉਣਾ ਹੈ ਫੈਡਰਲ ਸਰਕਾਰ। ਚਲੋ, ਇਹ ਤਾਂ ਬਹੁਤ ਚੰਗੀ ਗੱਲ ਆ, ਪਰ ਗੱਲ ਇਦਾਂ ਹੈ ਕਿ ਜਦੋਂ ਦੇਖੋ ਹੁਣ ਆਪਾਂ ਅਪਲਾਈ ਕਰ ਲਿਆ ਕਿਸੇ ਦੇ ਵੀ ਲਈ, ਚਾਹੇ ਉਹ ਐਕਸਪ੍ਰੈਸ ਐਂਟਰੀ ਲਈ ਆ, ਚਾਹੇ ਆਹ ਵਾਲੀ ਐਂਟਰੀ ਦੇ ਲਈ ਆ, PNP ਦੇ ਲਈ ਆ, ਪਰ ਜਦੋਂ ਦੇਖੋ ਉਹਨੇ ਅਪਲਾਈ ਕੀਤਾ ਸੀ, ਉਹ ਬੰਦਾ ਸੀਗਾ 28 ਸਾਲਾਂ ਦਾ ਤੇ ਜਦੋਂ ਤੱਕ ਉਹਦਾ ਡਰਾਅ ਨਿਕਲਿਆ ਉਹ 30 ਸਾਲਾਂ ਦਾ ਹੋ ਗਿਆ। ਇਦਾਂ ਦਾ ਕੁਝ? ਬਿਲਕੁਲ, ਇਹਦੇ ਪੁਆਇੰਟ ਵੀ ਘਟੂਗੇ। ਬਿਲਕੁਲ, ਇਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਜਿੰਨੀ, ਕਿਉਂਕਿ PNP ਹੈਗਾ ਸਿਰਫ ਔਰ ਸਿਰਫ ਸਬਰ ਜੀ। PNP ਦੇ ਵਿੱਚ ਤੁਹਾਨੂੰ ਜਲਦੀ ਕੰਮ ਨਹੀਂ ਹੋਏਗਾ, ਉਹਦੇ ਵਿੱਚ ਸਿਰਫ ਤੁਹਾਡਾ ਲੱਕ ਹੈਗਾ ਆ, ਉਹ 'ਚ ਪੇਸ਼ੈਂਸ ਬਹੁਤ ਚਾਹੀਦੀ ਹੈ ਜੀ। ਕਿਉਂਕਿ ਸਸਕੈਚੁਅਨ ਤਾਂ ਮੈਂ ਇੱਕ ਦੱਸਤਾ ਕਿ ਜਿਹਦੇ ਵਿੱਚ ਤੁਸੀਂ ਆਪ ਖੁਦ EOI ਪਾ ਸਕਦੇ ਆ, ਲੇਕਿਨ ਐਲਬਰਟਾ 'ਚ ਨਹੀਂ ਪਾ ਸਕਦੇ, ਮੈਨੀਟੋਬਾ 'ਚ ਪਾ ਸਕਦੇ, ਲੇਕਿਨ ਉਹਦੇ ਵਿੱਚ ਤੁਹਾਡੇ ਜੇ ਰਿਲੇਟਿਵ ਹੈਗੇ ਕਲੋਜ਼ ਤਾਂ 200 ਪੁਆਇੰਟ ਮਿਲੇ ਤਾਂ ਫਾਇਦਾ ਹੈ, ਅਦਰਵਾਈਜ਼ ਕੋਈ ਫਾਇਦਾ ਨਹੀਂ। ਨੋਵਾ ਸਕੋਸ਼ੀਆ ਬਹੁਤ ਅੱਛਾ ਪ੍ਰੋਗਰਾਮ ਹੈ, ਯੂਕੋਨ ਪ੍ਰੋਗਰਾਮ ਹੈ, ਕਿੰਨੇ ਪ੍ਰੋਗਰਾਮ ਹੈ, ਲੇਕਿਨ EOI ਆਪਸ਼ਨ ਜਿਹੜੀ ਹੈਗੀ ਆ ਉਹ ਖਾਸ ਤੌਰ ਤੇ ਸਸਕੈਚੁਅਨ ਦਿੱਤੀ ਗਈ ਹੈ। ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ, ਸਪੋਜ਼ ਕਰੋ ਕਿਸੇ ਇਨਸਾਨ ਦੇ ਬਹੁਤ ਸੋਹਣੇ ਪੁਆਇੰਟ ਬਣਦੇ 400 ਜਾਂ 50 ਪੁਆਇੰਟ ਕਹਿ ਲਓ ਜਾਂ 410 ਪੁਆਇੰਟ ਕਹਿ ਲਓ, ਐਕਸਪ੍ਰੈਸ 'ਚ ਬਣਦੇ ਆ, ਉਹਦਾ ਐਕਸਪੀਰੀਅੰਸ ਬਹੁਤ ਅੱਛਾ ਆ। ਹੁਣ ਐਲਬਰਟਾ ਕੀ ਕਹਿੰਦਾ? ਐਲਬਰਟਾ ਕਹਿੰਦਾ ਕਿ ਜਿਸ ਇਨਸਾਨ ਦੇ 300 ਤੋਂ ਉੱਪਰ ਪੁਆਇੰਟ ਬਣਦੇ ਔਰ ਮੈਨੂੰ ਆਪਣੇ ਪ੍ਰੋਵਿੰਸ ਵਾਸਤੇ ਉਹ ਬੰਦਾ ਬਹੁਤ ਵਧੀਆ ਲੱਗਦਾ ਪਿਆ ਆ, ਜਾਂ ਲਾਈਕ ਉਹਦਾ ਐਕਸਪੀਰੀਅੰਸ ਹੈਗਾ ਆ, ਮੇਰੀ ਇਕੋਨਮੀ ਨੂੰ ਬੂਸਟ ਅਪ ਕਰੇਗਾ, ਪ੍ਰੋਫਾਈਲ ਤੋਂ ਜੱਜ ਕਰ ਲਿਆ, ਤਾਂ ਉਹ ਉਹਨੂੰ ਆਟੋਮੈਟਿਕਲੀ ਨੋਮੀਨੇਸ਼ਨ ਸਰਟੀਫਿਕੇਟ ਦੇ ਸਕਦਾ। ਇਹ ਉਹਦੀ ਅਥਾਰਟੀ ਆ, ਮਤਲਬ ਉਹਦੀ ਪਾਵਰ ਆ। ਉਹਨੇ ਜੇ ਕਿਸ ਨੂੰ ਨੋਮੀਨੇਸ਼ਨ ਸਰਟੀਫਿਕੇਟ ਦੇ ਦਿੱਤਾ ਤੇ ਸਮਝ ਉਹਦੀ ਲੋਟਰੀ ਲੱਗ ਗਈ, ਉਹਨੂੰ ਸਿੱਧਾ 600 ਪੁਆਇੰਟ ਮਿਲ ਜਾਣੇ। ਲੇਕਿਨ ਉਹ ਬੰਦਾ ਖੁਦ ਕਵੇ ਕਿ ਮੈਂ ਐਲਬਰਟਾ ਨੂੰ ਮੇਲ ਪਾ ਦੇਵਾਂ ਜਾਂ ਉੱਥੇ ਕੋਈ ਪੁਆਇੰਟ ਸਿਸਟਮ ਆ, ਨਹੀਂ। ਐਲਬਰਟਾ ਕਹੇਗੀ ਤਾਂ ਉਹ ਉਸ ਤੋਂ ਬਾਅਦ ਇੱਕ ਫਾਰਮ ਖੁੱਲ੍ਹੇਗਾ ਤਾਂ ਉਹ ਕਰੇਗਾ। ਸੇਮ ਚੀਜ਼ ਨੋਵਾ ਸਕੋਸ਼ੀਆ, ਉਹਨੂੰ ਵੀ ਜੇ ਕੋਈ ਬੰਦਾ ਪਸੰਦ ਆ ਗਿਆ, ਉਹਨੂੰ ਸਿਲੈਕਟ ਕਰ ਲਿਆ ਤਾਂ ਇੱਕ ਫਾਰਮ ਨੈਕਸਟ ਹੋਏਗਾ, ਫਿਰ ਉਹ ਬੰਦਾ EOI ਭਰ ਸਕਦਾ। ਬਟ ਕਿਹਦੇ ਕਹਿਣ 'ਤੇ? ਪਹਿਲਾਂ ਨੋਵਾ ਸਕੋਸ਼ੀਆ ਵੱਲੋਂ ਅਪਰੂਵਲ ਉਹਦਾ ਪ੍ਰੋਫਾਈਲ ਸਿਲੈਕਟ ਤਾਂ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ PNP ਪ੍ਰੋਗਰਾਮ ਦੀ, ਇਹਦੀ ਫੀਸ ਕਿੰਨੀ ਹੁੰਦੀ ਹੈ? ਇਹਦੀ ਜਿੱਦਾਂ ਹੁਣ ਸਸਕੈਚੁਅਨ ਆ, ਇਹਦੀ ਕੋਈ ਫੀਸ ਹੀ ਹੈ ਨਹੀਂ, ਤੁਸੀਂ ਆਨਲਾਈਨ ਜਾ ਕੇ ਖੁਦ ਪਾ ਦਿਓ, ਕੋਈ ਫੀਸ ਨਹੀਂ। ਕੋਈ ਫੀਸ ਨਹੀਂ। ਜਦੋਂ ਇਹਨਾਂ ਨੇ ਸਿਲੈਕਟ ਕਰਨਾ ਆ, ਸਪੋਜ਼ ਕਰੋ ਐਲਬਰਟਾ ਨੇ ਕਿਸੇ ਨੂੰ ਚੂਜ਼ ਕਰ ਲਿਆ, ਦੈਨ ਉਹ ਕਹਿੰਦੇ ਹੁੰਦੇ ਤੁਸੀਂ ਆਪਣੀ EOI ਹੁਣ ਭਰੋ, ਉਹਦੀ ਅਲੱਗ-ਅਲੱਗ ਫੀਸ ਆ, ਹਰ ਇੱਕ ਦੀ ਅਲੱਗ ਹੈ। ਐਲਬਰਟਾ ਦੀ ਅਲੱਗ ਹੈ, ਨੋਵਾ ਸਕੋਸ਼ੀਆ ਦੀ ਅਲੱਗ ਹੈ, ਕਈਆਂ ਦੀ ਹੈ ਹੀ ਨਹੀਂ, ਕਈਆਂ ਦੀ ਫ੍ਰੀ ਆ। ਸੋ ਕੈਨੇਡਾ ਦੀ ਅਗਰ ਮੇਨ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, ਉਹਦੀ ਫੀਸ ਪਹਿਲਾਂ ਹੁੰਦੀ ਸੀ $550 ਮੇਨ ਐਪਲੀਕੈਂਟ ਦੀ, ਹੁਣ ਉਹ ਇਨਕਰੀਜ਼ ਹੋ ਗਈ, ਹੁਣ $825 ਦੇ ਕਰੀਬ ਹੋ ਚੁੱਕੀ ਮੇਨ ਐਪਲੀਕੈਂਟ ਦੀ। ਉਸ ਤੋਂ ਬਾਅਦ ਸਬ ਐਪਲੀਕੈਂਟ ਜਾਂ ਫੈਮਿਲੀ, ਇਸ ਤਰ੍ਹਾਂ। ਔਰ ਫੰਡ ਵੀ ਸ਼ੋਅ ਕਰਨੇ ਪੈਂਦੇ ਹੁੰਦੇ ਤੁਹਾਨੂੰ ਆਪਣੇ ਨੀਅਰ ਅਬਾਊਟ ਕੋਈ $13,000 ਦੇ ਕਰੀਬ ਡਾਲਰ ਇੱਕ ਪਰਸਨ ਲਈ। ਉਹ ਦੋ ਜਣੇ ਹੈਗੇ ਉਹਨਾਂ ਵਧੀ ਜਾਏਗਾ ਥੋੜ੍ਹਾ ਬਹੁਤ ਕਰਕੇ, ਇਸ ਤਰ੍ਹਾਂ। ਸੋ
ਜੇ ਤੁਸੀਂ ਜਾਣਾ ਚਾਹੁੰਦੇ ਹੋ ਪੀਆਰ ਦੇ ਤੌਰ ਤੇ, ਪ੍ਰੋਗਰਾਮ ਕੋਈ ਮਾੜਾ ਨਹੀਂ, ਬਹੁਤ ਵਧੀਆ। ਮੈਂ ਇਹ ਕਹਿੰਦਾ ਉਹਦੇ ਵਾਸਤੇ 2 ਚੀਜ਼ਾਂ ਮੇਨ ਰੱਖੋ। ਇੱਕ ਤੁਹਾਡਾ ਆਈਲੈਟਸ ਜੀ 6 ਇੰਚ ਬੈਂਡ ਆਏ ਹੋਣ, ਤੁਹਾਡਾ WES ਹੋਇਆ ਹੋਵੇ, ਜਦੋਂ ਆਪਾਂ ਕਹਿੰਦੇ ਹੁੰਦੇ ਤੁਹਾਡਾ ਐਜੂਕੇਸ਼ਨ ਦੀ ਅਸੈਸਮੈਂਟ ਹੋਈ ਹੋਵੇ, ਉਹਦਾ ਖਰਚਾ ਹੁੰਦਾ ਕੋਈ 13,000 ਰੁਪਏ ਦਾ, ਉਹ ਹੋਈ ਹੋਵੇ। ਤੁਹਾਡੇ ਕੋਲ ਐਕਸਪੀਰੀਅੰਸ ਹੋਵੇ 1 ਸਾਲ ਦਾ ਘੱਟੋ ਘੱਟ, ਚਾਹੇ ਇੱਕ ਤੁਹਾਡੀ ਐਜੂਕੇਸ਼ਨ ਹੋਵੇ ਬੈਚਲਰਸ ਜਾਂ ਮਾਸਟਰਸ, ਜੀ ਸਾਰੀ ਚੀਜ਼ਾਂ ਕੰਪਲੀਟ ਆ। ਤੁਸੀਂ ਆਨਲਾਈਨ ਪੋਰਟਲ ਤੇ ਬੈਠ ਕੇ ਅਪਲਾਈ ਕਰੋ। ਕੁਛ ਨਹੀਂ ਪਤਾ, ਤੁਹਾਡਾ ਕਿਸਮਤ ਅੱਛੀ ਹੋਵੇ, ਤੁਹਾਨੂੰ ਇਨਵੀਟੇਸ਼ਨ ਆਈ ਜਾਵੇ। ਇਨਵੀਟੇਸ਼ਨ ਆ ਜਾਵੇ। ਅੱਛਾ, ਇਹ ਬੈਸਟ ਵੇ ਹੈ ਔਰ ਸੇਫ ਤਰੀਕਾ ਹੈ। ਬੈਸਟ, ਸੇਫ ਐਂਡ ਸਭ ਤੋਂ ਇਕਨੋਮਿਕਲ। ਇਹ 'ਚ ਖਰਚਾ ਬਹੁਤ ਘੱਟ ਹੈ ਜੀ, ਮੇਨ ਚੀਜ਼ ਇਹ ਹੈ। ਵਾਕਈ ਹੁਣ ਮੈਨੂੰ ਲੱਗ ਰਿਹਾ ਕਿ ਤੁਹਾਨੂੰ ਸ਼ਾਇਦ ਇੱਕ ਨਵੀਂ ਆਸ ਬੱਝ ਗਈ ਹੋਣੀ ਹੈ ਕਿ ਤੁਸੀਂ ਆਪ ਅਪਲਾਈ ਕਰ ਸਕਦੇ ਹੋ ਔਰ ਸਭ ਤੋਂ ਵਧੀਆ ਤਰੀਕਾ ਕੀ ਹੈ। ਰਣਜੀਤ ਜੀ, ਤੁਸੀਂ ਜਾਂਦੇ ਜਾਂਦੇ ਕੀ ਸੰਦੇਸ਼ ਜਿਹੜਾ ਹੈ ਇਹਨਾਂ ਨੂੰ ਦੇਣਾ ਚਾਹੋਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ, ਪਲੀਜ਼? ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫਿਰ ਦੁਬਾਰਾ ਧੰਨਵਾਦ ਜ਼ਰੂਰ ਕਰਨਾ ਚਾਹੂੰਗਾ। ਔਰ ਇੱਕ ਮੈਂ ਇੱਥੇ ਮੈਸੇਜ ਦੇਣਾ ਚਾਹੂੰਗਾ ਕਿ ਜੇ ਤੁਸੀਂ ਖੁਦ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਹੈ। ਮੇਰਾ ਆਪਣਾ YouTube ਤੇ ਚੈਨਲ ਬਣਿਆ ਹੋਇਆ ਵੀਜ਼ਾ ਹੱਬ, ਤੁਸੀਂ ਉੱਥੇ ਜਾ ਕੇ ਜਿਹੜੇ ਵੀ ਕੰਟਰੀ ਮੇਨ ਹੈਗੇ ਆਪਣੀ ਜੋ ਚੋਇਸ ਹੁੰਦੀ ਹੈ, ਅਮਰੀਕਾ, ਕੈਨੇਡਾ, ਯੂਰਪ, UK, ਅਗਰ ਤੁਸੀਂ ਖੁਦ ਟੂਰਿਸਟ ਵੀਜ਼ਾ ਘਰ ਬੈਠ ਕੇ ਅਪਲਾਈ ਕਰਨਾ ਚਾਹੁੰਦੇ ਆ ਵਿਦਆਊਟ ਹੈਵਿੰਗ ਐਨੀ ਹੈਲਪ, ਕਿਸੇ ਨੂੰ ਕੋਈ ਪੈਸਾ ਦੇਣ ਦੀ ਕੋਈ ਲੋੜ ਨਹੀਂ ਆ, ਸਿਰਫ ਅੰਬੈਸੀ ਫੀਸ ਪੇ ਕਰੋ, ਆਪਣਾ ਵੀਜ਼ਾ ਅਪਲਾਈ ਕਰੋ। ਪ੍ਰੋਪਰ ਪ੍ਰੋਸੈਸ ਦੱਸੇ ਗਏ ਆ, ਕਿੱਦਾਂ ਫਾਰਮ ਭਰਿਆ ਜਾਏਗਾ, ਕਿੱਦਾਂ ਉਸ ਤੋਂ ਬਾਅਦ ਅਪਾਇੰਟਮੈਂਟ ਹੋਏਗੀ, ਕੱਲੀ ਚੀਜ਼ ਐਕਸਪਲੇਨ ਕੀਤੀ ਗਈ ਆ। ਸੋ ਤੁਸੀਂ ਅਗਰ ਆਪ ਅਪਲਾਈ ਕਰੋ ਤਾਂ ਬਹੁਤ ਵਧੀਆ ਹੈਗਾ। ਅਗਰ ਇਨ ਕੇਸ ਤੁਸੀਂ ਚਾਹੁੰਦੇ ਹੋ ਪੀਆਰ ਵਾਸਤੇ ਵੀ, ਜਾਂ ਉਹ ਵੀ ਪ੍ਰੋਪਰ ਵੀਡੀਓ ਸਾਰੀਆਂ ਅਪਲੋਡ ਕੀਤੀਆਂ ਗਈਆਂ। ਔਰ ਵਰਕ ਪਰਮਿਟ ਜੋ ਲੋਕੀ ਲਵਾਉਂਦੇ ਪਏ ਆ ਉਹਨਾਂ ਤੋਂ ਪਲੀਜ਼ ਪਰਹੇਜ਼ ਕਰੋ। ਕਿਉਂਕਿ ਵਰਕ ਪਰਮਿਟ ਇਸ ਤਰ੍ਹਾਂ ਇੰਡੀਆ ਤੋਂ ਨਹੀਂ ਲੱਗਦੇ ਹੁੰਦੇ। ਲੱਖਾਂ ਦੇ ਵਿੱਚ ਪੈਸੇ ਆਪਣੇ ਖਰਾਬ ਨਾ ਕਰੋ। ਜੋ ਤੁਸੀਂ ਆਪ ਕਰੋਗੇ ਉਹ ਸਭ ਤੋਂ ਬੈਸਟ ਹੈ। ਥੈਂਕ ਯੂ ਸੋ ਮਚ। ਆਸ ਹੈ ਕਿ ਤੁਹਾਨੂੰ ਅੱਜ ਦੀ ਚਰਚਾ ਜਿਹੜੀ ਹੈ ਉਹ ਪਸੰਦ ਆਈ ਹੋਊਗੀ। ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਧੰਨਵਾਦ ਜਤਿੰਦਰ ਜੀ। ਥੈਂਕ ਯੂ ਸੋ ਮਚ।